ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਭ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀ ਕਛ ਕਹੀ ਨ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਹਮ ਅਬ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਕਿ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਿਲਾ ਚੌਥਾ, ਹਰ ਪਹਿਲੜੀ ਲਾਮ। ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ, ਬਲਰਾਮ ਜੀਓ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਇਸ ਅਗੰਮੀ ਬਾਣੀ ਦੀ ਵਿਚਾਰ ਦਾ ਸਫ਼ਰ ਸੂਹੀ ਰਾਗ, ਅਤੇ ਇਸ ਰਾਗ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੱਲੋਂ ਉਹ ਬਾਣੀ, ਜਿਸ ਬਾਣੀ ਦਾ ਸਿਰਲੇਖ ਲਾਵਾਂ ਨਹੀਂ ਹੈ, ਪਰ ਗੁਰਮਤਿ ਰੌ ਰੀਤ ਦੇ ਵਿੱਚ ਇਸ ਬਾਣੀ ਨੂੰ ਲਾਵਾਂ ਆਖਿਆ ਜਾਂਦਾ ਹੈ। ਕੱਲ੍ਹ ਜ਼ਿਕਰ ਕੀਤਾ ਸੀ, ਤਿੰਨ ਤਰ੍ਹਾਂ ਦੇ ਵਿਆਹ ਨੇ। ਇੱਕ ਵਿਆਹ ਮਨੁੱਖਤਾਈ ਜ਼ਾਤ ਦੇ ਵਿੱਚ ਔਰਤ ਅਤੇ ਮਰਦ ਦਾ ਹੁੰਦਾ ਹੈ। ਉਸ ਵਿਆਹ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਉਹੋ ਜਿਹਾ ਪਿਆਰ ਪਤਨੀ ਨੂੰ ਮਿਲ ਜਾਏ ਜਿਹੋ ਜਿਹਾ ਉਹ ਚਾਹੁੰਦੀ ਹੈ ਪਤੀ ਪਾਸੋਂ, ਅਤੇ ਉਹੋ ਜਿਹੀ ਇੱਛਾ ਵੀ ਪੂਰੀ ਨਹੀਂ ਹੁੰਦੀ ਕਈ ਵਾਰੀ ਪਤੀ ਦੀ ਪਤਨੀ ਪਾਸੋਂ ਜੋ ਪਤੀ ਚਾਹੁੰਦਾ ਹੈ। ਇਹ ਜ਼ਿੰਦਗੀ ਦਾ ਸੱਚ ਹੈ। ਦੂਸਰਾ ਵਿਆਹ ਹੈ ਜੀ ਇਸ ਜੀਵ ਆਤਮਾ ਦਾ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਹਮ ਸ਼ਹ ਕੇਰੀਆਂ ਦਾਸੀਆਂ ਸਾਚਾ, ਖਸਮ ਹਮਾਰਾ। ਇਹ ਵਿਆਹ ਸਭ ਦਾ ਨਹੀਂ ਹੁੰਦਾ, ਕਰੋੜਾਂ ਵਿੱਚੋਂ ਕਿਸੇ ਇੱਕ ਗੁਰਮੁਖ ਰੂਹ ਦਾ ਹੁੰਦਾ ਹੈ। ਤੀਸਰਾ ਵਿਆਹ ਹੈ ਜਿਸ ਵਿਆਹ ਨੂੰ ਅਸੀਂ ਸੋਹਿਲਾ ਬਾਣੀ 'ਚ ਪੜ੍ਹਿਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸਣੀਆਂ ਜਿਉ ਹੋਵੈ, ਸਾਹਿਬ ਸਿਉ ਮੇਲ ਕਰ ਕਰ ਇਹੋ ਪਾਹੁਚਾ, ਸਦੜੇ ਨਿਤ ਪਵਨ। ਇਹ ਵਿਆਹ ਸਭ ਦਾ ਹੀ ਹੋਣਾ ਹੈ।
ਸਭਨਾ ਸਹੁਰੇ ਬੰਨਣਾ, ਸਭ ਮੁਕਲਾ ਬਨਹਾਰ। ਇਹ ਹੈ ਮੌਤ। ਇੱਕ ਦਿਨ ਮੌਤ ਦਾ ਦੂਤ ਲਾੜਾ ਬਣ ਕੇ ਇਸ ਜੀਵ ਆਤਮਾ ਨੂੰ ਵਿਆਹੁਣ ਆਏਗਾ। ਅੱਜ ਦੀ ਜਿਹੜੀ ਬਾਣੀ ਹੈ ਇਹ ਦੂਸਰੇ ਵਿਆਹ ਦਾ ਜ਼ਿਕਰ ਕਰਦੀ ਹੈ ਕਿ ਮਨੁੱਖ ਦਾ ਪਹਿਲਾ ਵਿਆਹ ਜਿਹੜਾ ਸੰਸਾਰਿਕ ਹੈ ਉਹ ਸਦਾ ਅਟਲ ਨਹੀਂ ਹੈ। ਅਟਲ ਤੋਂ ਭਾਵ ਕਿਉਂਕਿ ਮਨੁੱਖ ਨੇ ਰਹਿਣਾ ਨਹੀਂ ਹੈ। ਔਰ ਸਤਿਗੁਰੂ ਜੀ ਕਹਿੰਦੇ ਜੇ ਇਹ ਵਿਆਹ ਕਿਸੇ ਦਾ ਹੋ ਜਾਏ, ਕਿਸੇ ਗੁਰਮੁਖ ਰੂਹ ਦਾ ਹੋ ਜਾਏ ਉਸ ਪ੍ਰਭੂ ਦੇ ਨਾਲ, ਫਿਰ ਉਹ ਸਦਾ ਲਈ ਸੁਹਾਗਣ ਹੋ ਜਾਂਦੀ ਹੈ। ਕਿਉਂਕਿ ਉਹ ਪ੍ਰਭੂ ਨਾ ਮਰਦਾ ਹੈ, ਨਾ ਜਾਂਦਾ ਹੈ, ਨਾ ਬੁੱਢਾ ਹੈ, ਨਾ ਬਾਲਾ ਹੈ, ਨਵਤਨ ਹੈ ਉਹ ਸਦਾ ਹੀ। ਤੇ ਜਿਹੜਾ ਉਹਦੇ ਅੰਕ ਦੇ ਵਿੱਚ ਸਮਾ ਜਾਂਦਾ ਹੈ ਫਿਰ ਉਹ ਵੀ ਮਰਦਾ ਨਹੀਂ ਹੈ ਤੇ ਉਹ ਵੀ ਕਿੱਥੇ ਜਾਂਦਾ ਨਹੀਂ ਹੈ। ਆਓ ਜੀ ਇਸ ਲਾਂਵ ਦਾ, ਇਸ ਬਾਣੀ ਦਾ ਤੇ ਇਸ ਅੰਦਰ ਦੀ ਅਵਸਥਾ ਦਾ ਜ਼ਿਕਰ ਕਰੀਏ। ਇਸ ਬਾਣੀ ਵਿੱਚੋਂ ਅੱਜ ਇਸ ਬਾਣੀ ਨੂੰ ਸਰੂਪ ਦੇ ਵਿੱਚ ਨਾ ਦੇਖਿਓ ਜਿਸ ਰੂਪ 'ਚ ਅਕਸਰ ਅਸੀਂ ਸੁਣਦੇ ਤੇ ਵੇਖਦੇ ਆਉਂਦੇ ਹਾਂ। ਇਹ ਬਾਣੀ ਅੱਜ ਇੱਕ ਗੁਰਮੁਖ ਰੂਹ ਦਾ, ਜਿਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵਿਹਾ ਹੁਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ, ਇਸ ਰੂਪ 'ਚ ਦੇਖਿਓ। ਇਹਨੂੰ ਉਸ ਰੂਪ ਦੇ ਵਿੱਚ ਦੇਖਿਓ ਜਿਹਨੂੰ ਕਬੀਰ ਸਾਹਿਬ ਕਹਿੰਦੇ ਹੈ ਤਨ ਰੈਣੀ ਮਨ ਪੁਨਰਪ ਕਰਹੁ, ਮਨ ਰੈਣੀ ਤਨ ਪੁਨਰਪ ਕਰਹੁ, ਪਾਂਚੋ ਤਤ ਬਾਰਾਤੀ, ਰਾਮ ਰਾਏ ਸਿਉ ਭਾਵਰ ਲੈਹੁ, ਆਤਮ ਤਿਹ ਰੰਗ ਰਾਤੀ। ਇਹ ਕਿਹੜੀ ਅਵਸਥਾ ਹੈ? ਇਹਨੂੰ ਕਿਹਾ ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਨਾਭ ਕਮਲ ਮਹਿ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਹੋ ਪਾਇਓ, ਅਸ ਬੜ ਭਾਗ ਹਮਾਰਾ। ਇਹ ਵਾਲਾ ਦੁੱਲਾ ਹੁਣ ਮਿਲਣਾ ਹੈ, ਇਹ ਵਾਲਾ ਪ੍ਰਭੂ ਮਿਲਣਾ ਹੈ। ਇਹਦੀ ਵਿਚਾਰ ਆਰੰਭੀਏ। ਅਸੀਸ ਬਖਸ਼ੋ, ਕੋਈ ਵੀ ਰਸਨਾ ਵਿਰਵੀ ਨਾ ਰਹੇ। ਧੰਨ ਗੁਰੂ ਰਾਮਦਾਸ ਜੀ ਇਸ ਅਗਮੀ ਬਾਣੀ ਦੀ ਵਿਚਾਰ, ਅਗਲੇ ਹੋਰ ਸ਼ਬਦਾਂ ਦੀ ਵਿਚਾਰ ਆਪ ਤਰਸ ਕਰਕੇ ਕਰਾਉਣ ਜੀ। ਜਿੰਨੇ ਇੱਥੇ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਇਹ ਲਾਮ ਤੇ ਅਸੀਂ ਬਾਹਰੀ ਰੂਪ ਦੇ ਵਿੱਚ ਕਰਦੇ ਹਾਂ। ਇੱਕ ਬੱਚਾ ਤੇ ਬੱਚੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖ ਕੇ। ਮੈਂ ਉਹਦੀ ਬਹੁਤੀ ਵਿਚਾਰ ਅੱਜ ਨਹੀਂ ਕਰਾਂਗਾ। ਅੱਜ ਬਹੁਤੀ ਵਿਚਾਰ ਅੰਦਰ ਦੀ ਕਿਹੜੀ ਲਾਮ ਹੈ ਇਹਨੂੰ ਕਬੀਰ ਸਾਹਿਬ ਨੇ ਬਿਆਨ ਕੀਤਾ ਜੀ, ਜਿਹੜਾ ਹੁਣੇ ਪੜ੍ਹਿਆ ਸੀ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ। ਤੇ ਉੱਥੇ ਕਹਿੰਦੇ ਫੇਰੇ ਹੁੰਦੇ ਨੇ। ਕਬੀਰ ਸਾਹਿਬ ਕਹਿੰਦੇ ਮੈਂ ਫੇਰੇ ਲਏ ਨੇ। ਨਾਭ ਕਮਲ ਮੈਂ ਬੇਦੀ ਰਚ ਲੇ। 4 ਤਰ੍ਹਾਂ ਦੇ ਸਿਮਰਨ ਨੇ ਜੀ। ਜਦ ਪਰਾ ਅਵਸਥਾ ਦੇ ਵਿੱਚ, ਜਿਹਨੂੰ ਬੈਖਰੀ, ਮਧਮਾ, ਬਸੰਤੀ ਤੇ ਪਰਾ, ਜਿਸ ਵੇਲੇ ਇਹ ਬੈਖਰੀ ਤੋਂ, ਬਸੰਤੀ ਤੋਂ ਮਧਮਾ ਸਿਮਰਨ ਪਹੁੰਚਦਾ ਤੇ ਮਧਮਾ ਤੋਂ ਜਦ ਪਰਾ ਤੋਂ ਭਾਵ ਜ਼ੁਬਾਨ ਵੀ ਬੰਦ ਹੋ ਗਈ, ਆਵਾਜ਼ ਵੀ ਬੰਦ ਹੋ ਗਈ, ਗਲਾ ਵੀ ਬੰਦ ਹੋ ਗਿਆ, ਹਿਰਦੇ ਦੀ ਧੜਕਨ ਤੋਂ ਵੀ ਪਰਾਂ ਹੋ ਗਿਆ ਸਿਮਰਨ, ਉਹਨੂੰ ਕਿਹਾ ਨਾਭ ਦਾ ਸਿਮਰਨ। ਔਰ ਗੁਰਮੁਖ ਪਿਆਰੇ ਜਿਹੜੇ ਸਿਮਰਨ ਕਰਦੇ ਨੇ ਉਹ ਜਾਣਦੇ ਨੇ ਕਿ ਨਾਭੀ ਵਾਲਾ ਸਿਮਰਨ, ਨਾਭ ਸਿਮਰਨ ਕੀ ਹੁੰਦਾ ਹੈ, ਕਿ ਇਸ ਮੂਲ ਦੁਆਰੇ ਬੰਦ ਆ ਬੰਦ ਦਾ ਸਿਮਰਨ ਕੀ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਜਦ ਰੋਮ ਰੋਮ ਗੁਰੂ ਕਾ ਸਿੱਖ ਸਿਮਰਨ ਕਰਦਾ ਹੈ, ਨਾਭ ਕਮਲ ਮਹਿ ਬੇਦੀ ਰਚ ਲੈ, ਫਿਰ ਉਹ ਸਵਾਸ ਸਵਾਸ ਸਿਮਰਨ ਨਾਭੀ ਤੋਂ ਜਪਦਾ। ਕਹਿੰਦੇ ਇਹਨੂੰ ਕਿਹਾ ਬੇਦੀ ਰਚ ਲੈ, ਕਿਉਂਕਿ ਰਾਮ ਰਾਏ ਸਿਓ ਭਾਵਰ ਲੈਵੂੰ। ਮੇਰੀ ਪਰਿਕਰਮਾ ਹੁਣ ਗੁਰੂ ਦੇ ਦੁਆਲੇ ਹੈ, ਮੇਰਾ ਸਾਰਾ ਕੁਝ ਗੁਰੂ ਦੇ ਦੁਆਲੇ ਹੈ। ਇਹ ਫੇਰੇ ਹੋ ਰਹੇ ਨੇ, ਇਹ ਲਾਂਵ ਹੈ। ਸਮਝਿਓ, ਲਾਂਵ ਦਾ ਮਤਲਬ ਹੈ ਕਿਸੇ ਤੋਂ ਬਲਿਹਾਰ ਜਾਣਾ, ਕਿਸੇ ਤੋਂ ਕੁਰਬਾਨ ਜਾਣਾ। ਔਰ ਜੀਵਨ ਦੀ ਰੋਹ ਰੀਤ ਹੀ ਲਾਂਵ ਦੇ ਵਿੱਚ ਹੈ, ਚੱਕਰ ਕੱਟਣ ਵਿੱਚ ਹੈ। ਜੇ ਸੂਰਜ ਦੇ ਦੁਆਲੇ ਧਰਤੀ ਚੱਕਰ ਕੱਟਣ ਤੋਂ ਰੁਕ ਜਾਏ ਤੇ ਜ਼ਿੰਦਗੀ ਦੀ ਰੋਹ ਰੀਤ ਖਤਮ ਹੈ। ਹੁਣ ਇਹ ਖਿੱਚ ਹੀ ਹੈ ਜੀ, ਜਿੱਥੇ ਇਹ ਪਰਿਕਰਮਾ ਹੈ ਉੱਥੇ ਖਿੱਚ ਹੈ। ਸੂਰਜ ਦੇ ਦੁਆਲੇ ਧਰਤੀ ਦੀ ਖਿੱਚ, ਧਰਤੀ ਦੇ ਦੁਆਲੇ ਚੰਦਰਮਾ ਦੀ ਖਿੱਚ, ਤੇ ਚੰਦਰਮਾ ਨੂੰ ਸਮੁੰਦਰ। ਇਹ ਸਮਝਿਓ ਜੀ, ਸਮੁੰਦਰ ਦੇ ਵਿੱਚ ਜਿਹੜੇ ਜਵਾਰ ਭਾਟੇ ਆਉਂਦੇ ਨੇ ਇਹ ਚੰਦਰਮਾ ਕਰਕੇ ਹੀ ਆਉਂਦੇ ਨੇ, ਤੇ ਚੰਦਰਮਾ ਵੀ ਸਮੁੰਦਰ ਨੂੰ ਖਿੱਚ ਰਿਹਾ। ਤੇ 70% ਇਹ ਧਰਤੀ ਪਾਣੀ ਹੈ,
ਤੇ 70% ਇਹ ਸਰੀਰ ਵੀ ਪਾਣੀ ਹੈ। ਜੇ ਕੋਈ ਗੁਰੂ ਕਾ ਸਿੱਖ ਸੱਚੀ ਮੁੱਚੀ ਉਸ ਪ੍ਰਭੂ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ, ਮਹਾਰਾਜ ਜੀ ਕਹਿੰਦੇ ਕਿ ਇਹ ਜੀਵਨ ਰਹੁ ਰੀਤ ਪਰਿਕਰਮਾ ਦੇ ਨਾਲ ਹੀ ਹੈ, ਸਦਾ ਹੀ ਸਿਮਰਨ ਦੇ ਨਾਲ ਹੈ। ਇਹ ਬਾਹਰੋਂ ਦਿਖਦੀ ਅਵਸਥਾ ਨਹੀਂ ਹੈ। ਨਾਭ ਕਮਲ ਮਹਿ ਬੇਦੀ ਰਚ ਲੇ, ਕਹਿੰਦੇ ਉੱਥੇ ਮੇਰਾ ਸਿਮਰਨ ਸ਼ੁਰੂ ਹੋਇਆ ਤੇ ਫਿਰ ਕੀ ਅਵਸਥਾ ਹੋਈ? ਬ੍ਰਹਮ ਗਿਆਨ ਉਚਾਰਾ, ਤੇ ਬ੍ਰਹਮ ਗਿਆਨ ਦੀ ਅਵਸਥਾ ਅੰਦਰੋਂ ਪ੍ਰਾਪਤ ਹੋਈ। ਫਿਰ ਹੋਇਆ ਕਿ ਰਾਮ ਰਾਏ ਸਿਉ ਦੁਲਹੋ ਪਾਇਓ, ਅਸ ਵੱਡ ਭਾਗ ਹਮਾਰਾ। ਇਹ ਵੱਡੇ ਭਾਗ ਨੇ, ਸੁਰ ਨਰ ਮੁਨ ਜਨ। ਕਹਿੰਦੇ ਕੌਣ ਕੌਣ ਆਇਆ ਇਸ ਵਿਆਹ ਦੇ ਵਿੱਚ, ਕਿਸ ਕਿਸ ਅਵਸਥਾ ਦਾ ਜ਼ਿਕਰ ਕੀਤਾ? ਕਬੀਰ ਸਾਹਿਬ ਕਹਿੰਦੇ ਸੁਰ ਨਰ ਮੁਨ ਜਨ, ਕਹਿੰਦੇ ਉਸ ਧਰਤੀ ਤੋਂ ਪਰਾਂ ਤੇ ਉਸ ਆਕਾਸ਼ ਮੰਡਲ ਤੋਂ ਵੀ ਪਰਾਂ ਜਿਹੜੇ ਦੇਵਤਿਆਂ ਦਾ ਜ਼ਿਕਰ ਕੀਤਾ, ਉਹ ਵੀ ਇਸ ਵਿਆਹ ਦੇ ਵਿੱਚ ਸ਼ਾਮਲ ਹੋਏ, ਪਰ ਦਿਸਦੇ ਰੂਪ ਦੇ ਵਿੱਚ ਨਹੀਂ, ਇਹ ਅਣਦਿਸਦੇ ਰੂਪ ਦੇ ਵਿੱਚ। ਕਿ ਇਹ ਸਾਰੇ ਆਏ। ਕੋਟ 33 ਉਜਾਨਾ, ਕਹਿੰਦੇ 33 ਕਰੋੜ ਦੇਵਤਿਆਂ ਦਾ ਜ਼ਿਕਰ ਕਰਦੇ ਨੇ ਵੇਦ, ਕਹਿੰਦੇ ਉਹ ਤੇ ਸਾਰੇ ਮੇਰੇ ਦੁਆਲੇ ਫਿਰਦੇ ਸੀ। ਕਬੀਰ ਸਾਹਿਬ ਕਹਿੰਦੇ ਤੇ ਹੋਇਆ ਕੀ? ਕਹਿ ਕਬੀਰ ਮੋਹੇ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ, ਕਹਿੰਦੇ ਉਹ ਮੇਰਾ ਵਿਆਹ ਕਰਾਉਣ ਆਏ ਮੇਰੇ ਬਰਾਤੀ ਬਣ ਕੇ। ਇਹ ਹੁੰਦੀ ਹੈ ਜੀ ਗੁਰਮੁਖ ਦੀ ਅਵਸਥਾ, ਜਿਸ ਅਵਸਥਾ ਦੇ ਵਿੱਚ ਇੱਕ ਗੁਰਮੁਖ ਦਾ, ਇੱਕ ਜਗਿਆਸੂ ਦਾ ਪ੍ਰਭੂ ਨਾਲ ਮਿਲਾਪ ਹੋ ਰਿਹਾ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਉਹ ਸਮਝੋ ਕਿ ਕੁੱਲ ਕਾਇਨਾਤ ਦੀ ਤਾਕਤ, ਕੁੱਲ ਬ੍ਰਹਿਮੰਡ ਦੀ ਐਨਰਜੀ ਉਸ ਮਿਲਾਪ ਦੇ ਵਿੱਚ ਲੱਗੀ ਹੁੰਦੀ ਹੈ। ਇਹ ਸਮਝਿਓ, ਸੁਰ ਨਰ ਮੁਨ ਜਨ ਸਾਰੇ ਆ ਗਏ ਜੀ ਇਹਦੇ ਵਿੱਚ, ਸਾਰੇ ਆ ਗਏ। ਕੋਟ 33 ਉਜਾਨਾ ਵੀ ਆ ਗਏ। ਤੇ ਫਿਰ ਕੀ ਕਰਨ ਵਾਸਤੇ ਆਏ ਹੈ? ਕਹਿੰਦੇ ਉਹ ਭਗਵਾਨ ਦੇ ਨਾਲ ਮਿਲਾਪ। ਤੇ ਇੱਥੇ ਇਕੱਲੇ ਸਾਨੂੰ ਸਰੀਰ ਦਿਸਦੇ ਨੇ, ਇੱਥੇ ਗੁਰਮੁਖ ਜਨਾਂ ਨੂੰ ਪਤਾ ਹੈ ਵਿਰਲਿਆਂ ਨੂੰ ਇੱਥੇ ਕੌਣ ਕੌਣ ਬੈਠਾ ਹੈ। ਮਸਕੀਨ ਸਾਹਿਬ ਅਕਸਰ ਕਹਿੰਦੇ ਸੀ, ਕਹਿੰਦੇ ਅਣਦਿਸਦੇ ਪਸਾਰੇ ਨੂੰ ਕੋਈ ਆਮ ਬੰਦਾ ਸਮਝ ਨਹੀਂ ਸਕਦਾ। ਅੱਜ ਇਹਨੂੰ ਸਾਇੰਸ ਮੈਟਾਫਿਜ਼ਿਕਸ ਕਹਿੰਦੀ ਹੈ, ਟ੍ਰਾਂਸੈਂਡੈਂਟ ਐਸਪੈਕਟ ਆਫ ਸਪਿਰਿਚੁਅਲਿਟੀ ਕਹਿੰਦੀ ਹੈ, ਜਿਹਨੂੰ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਔਰ ਇਹ ਤਾਕਤ ਵਰਤਦੀ ਹੈ, ਸਤਿਗੁਰੂ ਜੀ ਕਹਿੰਦੇ ਇਹ ਹੈ ਸਿਮਰਨ ਦੀ ਤਾਕਤ, ਇਹ ਹੈ ਪ੍ਰਭੂ ਤੋਂ ਬਲਹਾਰ ਜਾਣ ਦੀ ਅਵਸਥਾ। ਹਰ ਪਹਿਲੜੀ ਲਾਮ ਪ੍ਰਵਿਰਤੀ। ਦੁਨੀਆ ਦੇ ਲੋਕ ਕਹਿੰਦੇ ਹੈ, ਦੁਨੀਆ ਦੇ ਧਰਮ ਕਹਿੰਦੇ ਹੈ, ਜੇ ਤੁਸੀਂ ਰੱਬ ਦੀ ਪ੍ਰਾਪਤੀ ਕਰਨੀ ਹੈ ਨਿਰਵਿਰਤ ਹੋ ਜਾਓ, ਸਭ ਕੁਝ ਤਿਆਗ ਕੇ ਚਲੇ ਜਾਓ। ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਕਹਿੰਦਾ ਹੈ ਇੱਥੇ ਤਿਆਗਣ ਦੀ ਲੋੜ ਨਹੀਂ ਹੈ, ਸਾਰਾ ਕੁਝ ਤੁਸੀਂ ਨਾਲ ਲੈ ਕੇ ਆਓ, ਪ੍ਰਵਿਰਤ ਆਓ, ਤੁਸੀਂ ਪਰਿਵਾਰ ਦੇ ਵਿੱਚ ਆਓ, ਤੁਸੀਂ ਗ੍ਰਸਥ ਦੇ ਵਿੱਚ ਆਓ। ਗ੍ਰਸਥ ਨੂੰ ਤਿਆਗੋ ਨਾ, ਤੁਸੀਂ ਆਪਣੀ ਜਿੰਨੀ ਵੀ ਧਰਮ ਦੀ ਰਿਸਪੌਂਸਿਬਿਲਟੀਜ਼ ਨੇ ਉਹ ਨਿਭਾਓ, ਤੇ ਆਪਣੀ ਜਿੰਨੀ ਜੀਵਨ ਦੇ ਧਰਮ ਬਾਬਤ ਰਿਸਪੌਂਸਿਬਿਲਟੀਜ਼ ਨੇ ਉਹ ਵੀ ਨਿਭਾਓ। ਸਿਰਫ ਇਹ ਇੱਕੋ ਹੀ ਘਰ ਹੈ, ਇੱਕੋ ਹੀ ਘਰ ਜਿਹਦੇ ਵਿੱਚ ਪ੍ਰਵਿਰਤੀ ਕਰਮ ਦ੍ਰਿੜਾਇਆ ਜਾਂਦਾ ਹੈ। ਭਾਵੇਂ ਉਹ ਸ਼ਰਾਵਕ ਹੈ, ਭਾਵੇਂ ਉਹ ਸੁੱਧ ਹੈ। ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਭਾਵੇਂ ਜਿੰਨੇ ਮਰਜ਼ੀ ਨੇ ਉਹ ਸਾਰੇ ਨਿਰਵਿਰਤ ਕਹਿੰਦੇ ਕਿ ਸਭ ਕੁਝ ਛੱਡ ਦਿਓ। ਗੁਰੂ ਰਾਮਦਾਸ ਕਹਿੰਦੇ ਭਾਈ ਛੱਡੋ ਨਾ, ਆਓ ਮੈਂ ਸਿਖਾਉਂਦਾ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਪ੍ਰਵਿਰਤ ਮਾਰਗ ਆਸ਼ਰਮ 'ਚ ਆਓ। ਅੱਗੇ ਕੀ ਕੰਮ ਕਰੋ? ਬਾਣੀ। ਜੇ ਗ੍ਰਸਥ ਦੇ ਵਿੱਚ ਸੁੱਖ ਚਾਹੁੰਦੇ ਹੋ ਤੇ ਬਾਣੀ ਦਾ ਪੱਲਾ ਫੜੋ। ਤੇ ਇਹ ਬਾਣੀ ਕਿਹਦੀ ਹੈ? ਬ੍ਰਹਮਾ। ਬ੍ਰਹਮਾ ਤੋਂ ਭਾਵ ਬ੍ਰਹਮ। ਦੋ ਅਰਥ ਕੀਤੇ ਨੇ ਇਹਦੇ। ਪ੍ਰੋਫੈਸਰ ਸਾਹਿਬ ਸਿੰਘ ਅਰਥ ਕਰਦੇ ਹੈ ਕਿ ਬਾਣੀ ਦੇ ਗਿਆਨ ਵਿੱਚੋਂ ਬ੍ਰਹਮਾ ਦਾ ਪੈਦਾ ਕੀਤਾ ਹੋਇਆ ਵੇਦ, ਜਾਂ ਇਸ ਤਰ੍ਹਾਂ ਕਹਿ ਲਈਏ ਇਸ ਧਰਤੀ ਦੇ ਚਾਰੇ ਵੇਦਾਂ ਦਾ ਗਿਆਨ ਸਿਰਫ ਬਾਣੀ ਦੇ ਸਿਮਰਨ ਵਿੱਚੋਂ ਮਿਲ ਜਾਂਦਾ ਹੈ, ਬਾਣੀ ਦੇ ਅਭਿਆਸ ਵਿੱਚੋਂ ਮਿਲ ਜਾਂਦਾ ਹੈ। ਦੂਸਰੇ ਅਰਥ ਜਿਹੜੇ ਅਸੀਂ ਆਪਣੇ ਵਿਦਿਆ ਦਾਤਾ ਜਾਂ ਇਸ ਗਿਆਨ ਰੂਪੀ ਪਰੰਪਰਾ ਤੋਂ ਸਿੱਖੇ ਨੇ, ਉਹ ਅਰਥ ਨੇ ਬਾਣੀ ਉਸ ਪ੍ਰਭੂ ਦੀ, ਬ੍ਰਹਮਾ ਜਿਹਨੂੰ ਕਿਹਾ ਬ੍ਰਹਮ, ਜਿਹੜਾ ਸਾਰਿਆਂ ਵਿੱਚ ਵਸਦਾ ਹੈ। ਵੇਦ, ਵੇਦ ਦਾ ਅਰਥ ਗਿਆਨ ਬਾਣੀ ਦੇ ਵਿੱਚ ਬਹੁਤ ਵਾਰੀ ਆਇਆ। ਉਸ ਬ੍ਰਹਮ ਦੀ ਬਾਣੀ ਦਾ ਗਿਆਨ ਇਕੱਠਾ ਕਰੋ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਤੇ ਧਰਮ ਕੀ ਹੈ? ਧਰਮ ਦੇ ਬੜੇ ਅਰਥ ਨੇ। ਇਹਦੇ ਵਿੱਚ ਆਇਆ ਜੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣ ਹੈ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਭਿਓ। ਇਹ ਭੇਦ ਨੂੰ ਜਾਣਿਓ। ਗੁਰੂ ਰਾਮਦਾਸ ਜੀ ਕਹਿੰਦੇ ਤੁਸੀਂ ਧਰਮੀ ਬਣ ਗਏ ਤੇ ਘਰਦਿਆਂ ਨੂੰ, ਮਾਪਿਆਂ ਨੂੰ ਕਹੋ, ਵੋਟੀ ਨੂੰ ਜਾਂ ਆਪਣੇ ਖਸਮ ਪਤੀ ਨੂੰ ਕਹੋ ਲੈ ਜੀ ਮੈਂ ਤੇ ਹੁਣ ਧਰਮੀ ਹੋ ਗਿਆ, ਮੈਨੂੰ ਇਹ ਕੰਮ ਨਾ ਕਹੋ ਘਰ ਦਾ। ਮਹਾਰਾਜ ਜੀ ਕਹਿੰਦੇ ਆਪਣੇ ਧਰਮਾਂ ਤੋਂ ਨਾ ਮੁਕਰੋ। ਤੁਸੀਂ ਗ੍ਰਸਥ ਇੱਕ ਧਰਮ ਹੈ, ਤੁਹਾਡੀ ਜ਼ਿੰਮੇਵਾਰੀਆਂ ਇੱਕ ਧਰਮ ਨੇ, ਉਹ ਤੁਸੀਂ ਨਿਭਾਉਣਾ ਹੈ ਤੇ ਨਾਲ ਬਾਣੀ ਪੜ੍ਹਨੀ ਹੈ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ। ਤੇ ਫਿਰ ਇੱਕ ਕੰਮ ਕਰਿਓ, ਪਾਪ ਤਜਾਇਆ
ਬਲਰਾਮ ਜੀਓ ਉਸ ਗ੍ਰਸਤ ਦੇ ਵਿੱਚ, ਉਸ ਕੰਮ ਕਾਜ ਦੇ ਵਿੱਚ ਜੇ ਤੁਸੀਂ ਕਿਰਤ ਕਰਦੇ ਹੋ ਤੇ ਕੋਸ਼ਿਸ਼ ਕਰਿਓ, ਕੋਸ਼ਿਸ਼ ਕੀ ਗੁਰੂ ਰਾਮਦਾਸ ਜੀ ਕਹਿੰਦੇ ਇਸ ਮਾਰਗ ਤੇ ਤੁਰਿਓ ਕਿ ਪਾਪ ਤਜਾਇਆ ਜਾ ਸਕੇ ਜੀ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਿਤ ਨਾਮ ਦ੍ਰਿੜਾਇਆ, ਸਤਿਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਫਿਰ ਉਸ ਜੀਵਨ ਦੇ ਧਰਮ ਦੇ ਨਾਲ ਇਹ ਵਾਲਾ ਧਰਮ ਵੀ ਹੈ। ਇਹਦੇ ਵਿੱਚ ਹੁਣ ਨਾਮ ਜਪਣ ਵਾਲਾ ਪਹਿਲਾ ਧਰਮ ਸੀ ਪ੍ਰਵਿਰਤ ਦਾ, ਗ੍ਰਸਤ ਦੇ ਵਿੱਚ ਆਉਣ ਦਾ, ਕਿ ਗ੍ਰਸਤ ਨਹੀਂ ਤਿਆਗਣੀ। ਹੁਣ ਇਹ ਧਰਮ ਹੈ ਧਰਮ ਦ੍ਰਿੜੋ ਹਰ ਨਾਮ ਧਿਆਵੋ, ਪ੍ਰਭੂ ਦਾ ਇੱਕੋ ਨਾਮ ਧਿਆਉਣਾ ਸਤਿਗੁਰ ਜੀ ਦਾ ਦੱਸਿਆ ਹੋਇਆ ਧਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਧਰਮ ਨੂੰ ਦ੍ਰਿੜੋ, ਸਿਮਰਿਤ ਨਾਮ ਦ੍ਰਿੜਾਇਆ। ਦੋ ਅਰਥ ਨੇ ਜੀ। ਪ੍ਰੋਫੈਸਰ ਸਾਹਿਬ ਸਿੰਘ ਦਾ ਅਰਥ ਹੈ ਨਾਮ ਜਪਣ ਦੇ ਨਾਲ, ਬਾਣੀ ਦੇ ਵਿੱਚ ਦੱਸਿਆ ਹੋਇਆ ਨਾਮ ਜਪਣ ਦੇ ਨਾਲ ਸਾਰੀ ਸਿਮਰਤੀਆਂ ਦਾ ਗਿਆਨ ਮਿਲ ਜਾਂਦਾ ਹੈ। ਦੂਸਰਾ ਇਹਦਾ ਅਰਥ ਹੈ ਜੀ, ਜਿਹੜਾ ਸੰਪਰਦਾਈ ਵੀ ਕਹਿ ਲਈਏ ਕਿ ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਿਤ। ਇੱਥੇ ਸਿਮਰਿਤ ਦਾ ਮਤਲਬ ਹੈ ਹਾਥ ਪਾਉ ਕਰ ਕਾਮ ਚੀਤ ਨਿਰੰਜਨ ਰਾਮ। ਤੁਹਾਡੀ ਸਿਮਰਤੀ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਏ, ਜੋ ਮਰਜ਼ੀ ਕਾਰਜ ਕਰੋ ਉਸ ਸਿਮਰਤੀ ਦੇ ਵਿੱਚ ਜੇ ਪ੍ਰਭੂ ਦਾ ਨਾਮ ਵਸ ਗਿਆ, ਫਿਰ ਉਸ ਨਾਮ ਨੂੰ ਦ੍ਰਿੜ ਕਰਨ ਵਾਸਤੇ ਬਹੁਤਾ ਯਤਨ ਨਹੀਂ ਕਰਨਾ ਪਏਗਾ। ਇਸ ਰੂਪ ਦੇ ਵਿੱਚ ਤੁਸੀਂ ਨਾਮ ਨੂੰ ਦ੍ਰਿੜਾਓ ਜੀ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਇੱਕ ਪਦਾ ਪਹਿਲਾਂ ਸਤਿਗੁਰ ਗੁਰਪੂਰਾ ਆਰਾਧੋ, ਸਤਿਗੁਰ ਜੀ ਨੇ ਗੱਲ ਛੱਡੀ ਨਹੀਂ। ਪਹਿਲੇ ਪਦੇ ਦੇ ਵਿੱਚ ਜੇ ਜ਼ਿਕਰ ਕਰ ਦਿੱਤਾ ਪਾਪ ਤਜਾਇਆ ਬਲਰਾਮ ਜੀਓ, ਤੇ ਫਿਰ ਪਾਪ ਕਿਵੇਂ ਤਜਾਉਣਾ ਹੈ? ਸਤਿਗੁਰ ਗੁਰਪੂਰਾ ਆਰਾਧੋ। ਜਿੱਥੇ ਪਾਪ ਹਾਵੀ ਹੋਏ ਮਨ ਦੇ ਉੱਤੇ, ਉੱਥੇ ਫਿਰ ਬਾਣੀ ਦਾ ਪੱਲਾ ਫੜੋ, ਕੀਰਤਨ ਸੁਣੋ, ਬਾਣੀ ਸੁਣੋ, ਬਾਣੀ ਦੀ ਕਥਾ ਸੁਣੋ, ਵਿਚਾਰ ਸੁਣੋ, ਗੁਰੂ ਦੀਆਂ ਸਾਖੀਆਂ ਸੁਣੋ, ਸਾਖਸ਼ਾਤ ਰੂਪ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਕਮਾਓ। ਸਤਿਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਇਹ ਪਾਪ ਕਥਮ ਕਰੇਗਾ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਤੁਹਾਡੇ ਮਨ ਦੇ ਅੰਦਰ ਸਹਿਜ ਰੂਪੀ ਆਨੰਦ ਪੈਦਾ ਹੋਏਗਾ। ਇਹ ਆਨੰਦ, ਸਹਿਜ ਦਾ ਮਤਲਬ ਹੈ ਜਿਹੜਾ ਚਿਰ ਸਥਾਈ ਰਹਿਣ ਵਾਲਾ ਹੈ। ਇਹ ਨਹੀਂ ਕਿ ਹੁਣ ਆਇਆ ਤੇ ਚਲਾ ਗਿਆ। ਕਹਿੰਦੇ ਐਸਾ ਆਨੰਦ ਪੈਦਾ ਹੋਏਗਾ ਜਿਹੜਾ ਮਨ ਨੂੰ ਸਹਿਜ ਰੱਖੇਗਾ। ਔਰ ਇਹ ਕੋਈ ਆਮ ਘਟਨਾ ਨਹੀਂ ਹੈ। ਵੱਡ ਭਾਗੀ, ਇਹ ਵੱਡੇ ਭਾਗਾਂ ਨੂੰ ਮਿਲੇਗਾ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ। ਉਹ ਬੜੀ ਵੱਡੀ ਅਵਸਥਾ ਹੈ ਗੁਰਮੁਖਾਂ ਦੀ, ਜਿਹਨੂੰ ਬਾਣੀ ਕਹਿੰਦੀ ਹੈ ਮੇਰੇ ਮਨ ਪ੍ਰਿਯ ਮਿਸ਼ਟ ਲਗੈ ਹਰ ਬੋਲਾ। ਪ੍ਰਭੂ ਦਾ ਬਚਨ ਮੇਰੇ ਮਨ 'ਚ ਮਿੱਠਾ ਲੱਗਿਆ। ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ, ਸਦ ਦਿਆਲ ਹਰ ਢੋਲਾ। ਜਿਸ ਦਿਨ ਗੁਰੂ ਨੇ ਬਾਂਹ ਫੜ ਕੇ ਮੈਨੂੰ ਪ੍ਰਭੂ ਦੀ ਬੰਦਗੀ 'ਚ ਲਾ ਦਿੱਤਾ, ਉਸ ਦਿਨ ਮੈਨੂੰ ਪਤਾ ਲੱਗਿਆ ਕਿ ਇਹ ਪ੍ਰਭੂ ਦਾ ਬਚਨ ਬਹੁਤ ਮਿੱਠਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਕਿ ਪਹਿਲੀ ਅਵਸਥਾ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਕਿਹੜੀ ਹੈ ਜੀ? ਪਹਿਲੀ ਅਵਸਥਾ ਦੇ ਵਿੱਚ ਪ੍ਰਵਿਰਤੀ ਕਰਮ ਹੈ। ਪ੍ਰਵਿਰਤੀ ਕਰਮ ਤੋਂ ਬਾਅਦ ਬਾਣੀ ਦਾ ਪੱਲਾ ਫੜੋ। ਬਾਣੀ ਦਾ ਪੱਲਾ ਫੜ ਕੇ ਪਾਪ ਨੂੰ ਤਜਾਉਣਾ ਹੈ ਕਿਰਤ ਕਰਦੇ ਹੋਏ। ਤੀਸਰੀ ਗੱਲ, ਧਰਮ ਨੂੰ ਇਸ ਰੂਪ ਦੇ ਵਿੱਚ ਕਮਾਓ ਕਿ ਸਿਮਰਤੀ ਦੇ ਅੰਦਰ ਨਾਮ ਵਸ ਜਾਏ, ਸਬ ਕੌਨਸ਼ੀਅਸ ਮਾਈਂਡ ਨਾਮ ਦੇ ਵਿੱਚ ਐਨ ਰੱਤੀ ਜਾਏ। ਤੇ ਸਤਿਗੁਰ ਜੀ ਕਹਿੰਦੇ ਫਿਰ ਇਸ ਅਵਸਥਾ ਦੇ ਵਿੱਚ ਬਾਣੀ ਪੜੋਗੇ, ਪਾਪ ਖਤਮ ਹੋਏਗਾ, ਵੱਡੇ ਭਾਗਾਂ ਦੇ ਨਾਲ ਪ੍ਰਭੂ ਦਾ ਬਚਨ ਮਿੱਠਾ ਲੱਗੇਗਾ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਪ੍ਰਭੂ ਦੀ ਪ੍ਰਾਪਤੀ ਦੀ ਪਹਿਲੀ ਅਵਸਥਾ, ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਇਹ ਸਮਝੋ ਪ੍ਰਭੂ ਪ੍ਰਾਪਤੀ ਦੀ ਪਹਿਲੀ ਪੌੜੀ ਹੈ। ਇਹ ਪ੍ਰਭੂ ਪ੍ਰਾਪਤੀ ਦੀ ਪਹਿਲੀ ਅਵਸਥਾ ਹੈ ਜੀ। ਹਰ ਦੂਜੜੀ ਲਾ ਸਤਿਗੁਰ ਪੁਰਖ ਮਿਲਾਇਆ, ਬਲਰਾਮ ਜੀਓ ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ, ਬਲਰਾਮ ਜੀਓ। ਜਦ ਅੰਦਰ ਸਹਿਜ ਆਨੰਦ ਦਾ ਮੁਜਸਮਾ ਚਸ਼ਮਾ ਫੁੱਟੇਗਾ, ਤੇ ਫਿਰ ਜਿਸ ਵੇਲੇ ਧਰਤੀ ਤੇ ਚਸ਼ਮਾ ਫੁੱਟਦਾ ਪਾਣੀ ਦਾ, ਦੁਨੀਆ ਦੇ ਲੋਕ ਉਹਦੇ ਲਈ ਕਈਆਂ ਲੈ ਕੇ ਰਸਤੇ ਨਹੀਂ ਬਣਾਉਂਦੇ ਕਿ ਤੇਰੇ ਲਈ ਅਸੀਂ ਪਾਣੀ ਲੰਘਣ ਨੂੰ ਰਸਤਾ ਬਣਾਈਏ। ਨਹੀਂ, ਚਸ਼ਮਾ ਫੁੱਟਦਾ ਤੇ ਉਹ ਪਾਣੀ ਰਸਤਾ ਆਪਣਾ ਬਣਾ ਲੈਂਦਾ ਹੈ। ਪਹਾੜਾਂ ਦੇ ਸੀਨਿਆਂ ਨੂੰ ਚੀਰਦਾ ਹੋਇਆ ਉਹ ਪਾਣੀ ਨਿਕਲਦਾ।
ਮਿੱਟੀ ਵਿੱਚੋਂ, ਇੱਥੋਂ ਤੱਕ ਸ਼ਹਿਰਾਂ ਵਿੱਚੋਂ ਵੀ ਉਹ ਪਾਣੀ ਨਿਕਲ ਜਾਂਦਾ, ਕਿਉਂਕਿ ਉਸ ਪਾਣੀ ਦੀ ਅੰਤਮ ਅਵਸਥਾ ਸਮੁੰਦਰ ਵਿੱਚ ਮਿਲਣ ਦੀ ਹੁੰਦੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹੈ, ਜਿਸ ਵੇਲੇ ਸਹਿਜ ਆਨੰਦ ਦਾ ਚਸ਼ਮਾ ਫੁੱਟੇਗਾ ਨਾ, ਉਸ ਵੇਲੇ ਇਹ ਅਵਸਥਾ ਫਿਰ ਮੱਲੋ ਮੱਲੀ ਤੁਰ ਪਏਗੀ, ਫਿਰ ਯਤਨ ਨਹੀਂ ਕਰਨੇ ਪੈਣਗੇ। ਉਸ ਅਵਸਥਾ ਦੇ ਵਿੱਚ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਧਿਆਨ ਰੱਖਿਓ ਜੀ, ਹਜੇ ਪ੍ਰਭੂ ਨਹੀਂ ਮਿਲਿਆ, ਹਜੇ ਸਤਿਗੁਰ ਮਿਲਿਆ। ਭੇਤ ਹੈ ਜੀ, ਅਜੇ ਉਹ ਮਿਲਿਆ ਜਿਨੇ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਉਹ ਮਿਲਿਆ, ਵਿਣ ਸਤਿਗੁਰ ਕਿਨੈ ਨਾ ਪਾਇਓ, ਵਿਣ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਹਜੇ ਉਹ ਮਿਲਿਆ ਸਤਿਗੁਰ। ਇਹ ਦੂਸਰੀ ਅਵਸਥਾ ਹੈ, ਜਿਸ ਵੇਲੇ ਸਤਿਗੁਰ ਦਾ ਪੱਲਾ ਫੜਿਆ ਇੱਕ ਜਿਗਿਆਸੂ ਨੇ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਉਸ ਅਵਸਥਾ ਦੇ ਵਿੱਚ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ। ਬਲਰਾਮ ਜੀਓ, ਦੁਨੀਆ ਦੇ ਜਿੰਨੇ ਭੈ ਨੇ ਉਹ ਹੁਣ ਨਿਰਭਉ ਹੋ ਗਿਆ ਉਹਨਾਂ ਡਰਾਂ ਤੋਂ। ਇੱਥੋਂ ਤੱਕ ਕਿ ਮੌਤ ਦਾ ਡਰ ਵੀ ਉਹਦੇ ਲਈ ਕੁਛ ਨਹੀਂ ਹੈ। ਉਹਨੂੰ ਪਤਾ ਲੱਗ ਗਿਆ ਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਸੱਦਨਹਾਰਾ ਸਿਵਰਿਆ ਨਾਨਕ ਸੇ ਦੇ ਆਵਨ। ਇਹ ਦਿਨ ਸਭ ਤੇ ਆਉਣਾ। ਨਿਰਭਉ ਭੈ, ਭੈ ਦਾ ਮਤਲਬ ਹੈ ਹਰ ਤਰ੍ਹਾਂ ਦਾ ਡਰ। ਉਹ ਨਿਰਭਉ ਹੋ ਗਿਆ ਹਰ ਤਰ੍ਹਾਂ ਦੇ ਡਰ ਤੋਂ, ਹਉਮੈ ਦੀ ਮੈਲ ਖਤਮ ਹੋ ਗਈ ਜੀ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰਪੂਰੇ। ਇਸ ਅਵਸਥਾ ਦੇ ਵਿੱਚ ਉਹਦਾ ਮਨ, ਉਹਦੀ ਆਤਮਾ ਦ੍ਰਵੈ ਹੋ ਗਈ। ਇਹਨੂੰ ਬਾਣੀ ਦਾ ਇੱਕ ਮਹਾਵਾਕ ਅਸੀਂ ਪੜ੍ਹਦੇ ਹਾਂ, ਸਤਿਗੁਰ ਜੀ ਕਿਰਪਾ ਕਰਦੇ, ਆਤਮਾ ਪਰ ਆਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਇਸ ਅਵਸਥਾ ਦੇ ਵਿੱਚ ਗੁਰੂ ਕਾ ਸਿੱਖ ਅੰਦਿਨ ਜਦ ਨਾਮ ਦ੍ਰਿੜਾਉਂਦਾ, ਉਹਦੇ ਮਨ ਦੇ ਵਿੱਚ ਆਤਮਾ ਦ੍ਰਵੈ ਏਕ ਲਿਵਲਾਵੈ। ਦ੍ਰਵੈ ਦਾ ਮਤਲਬ ਹੈ ਆਤਮਾ ਨਿਰਮਲ ਹੋ ਜਾਂਦੀ ਹੈ, ਆਤਮਾ ਬਹੁਤ ਕੋਮਲ ਹੋ ਜਾਂਦੀ ਹੈ। ਇਸ ਤਰ੍ਹਾਂ ਹੋ ਜਾਂਦੀ ਹੈ ਜਿਸ ਤਰ੍ਹਾਂ ਕਮਲ ਦੇ ਫੁੱਲ ਦੀਆਂ ਪੰਖੁੜੀਆਂ ਹੁੰਦੀਆਂ ਨੇ ਕੋਮਲ, ਉਹਦਾ ਮਨ ਇੰਨਾ ਕੋਮਲ ਹੋ ਜਾਂਦਾ। ਇਹਨੂੰ ਕਿਹਾ ਨਿਰਮਲ ਭਾਉ, ਪਵਿੱਤਰ ਵਾਲਾ ਭਾਉ। ਉਹਨੂੰ ਫਿਰ ਜ਼ਰਰੇ ਜ਼ਰਰੇ ਵਿੱਚ ਪ੍ਰਭੂ ਦੀ ਜੋਤ ਦਿਸਦੀ ਹੈ। ਇਹ ਅਵਸਥਾ ਸਹਿਜ ਆਨੰਦ ਤੋਂ ਬਾਅਦ ਦੀ ਹੈ। ਨਿਰਮਲ ਭਾਉ ਪਾਇਆ। ਭਾਉ ਤੇ ਬਹੁਤ ਤਰ੍ਹਾਂ ਦੇ ਨੇ, ਕਈ ਤਰ੍ਹਾਂ ਦੇ ਧਰਤੀ ਦੇ ਭਾਉ ਨੇ, ਡਰ ਨੇ, ਜਿਸ ਭਾਉ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ। ਤੁਸੀਂ ਯਾਦ ਰੱਖਿਓ, ਡਰ ਉੱਥੇ ਹੋਏਗਾ ਜਿੱਥੇ ਨਫ਼ਰਤ ਹੈ, ਤੇ ਨਫ਼ਰਤ ਦੇ ਵਿੱਚ ਡਰ ਪੈਦਾ ਹੁੰਦਾ ਹੈ। ਜਿਸ ਬੰਦੇ ਤੋਂ ਅਸੀਂ ਡਰਦੇ ਹਾਂ, ਉਹਦੀ ਤਾਕਤ ਕਰਕੇ ਜਾਂ ਉਹਦੀ ਵਡੱਪਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੇ ਹੈ, ਸਾਡੇ ਮਨ 'ਚ ਕਿੱਥੇ ਰੰਚਕ ਮਾਤਰ ਇੱਕ ਨਫ਼ਰਤ ਵੀ ਕੰਮ ਕਰ ਰਹੀ ਹੁੰਦੀ ਹੈ ਉਹਦੇ ਲਈ। ਪਰ ਜਿਸ ਤਰ੍ਹਾਂ ਇੱਕ ਬੱਚੇ ਨੂੰ ਆਪਣੀ ਮਾਂ ਦਾ ਭਾਵ ਹੁੰਦਾ ਹੈ ਨਾ, ਉਹ ਬਿਲਕੁਲ ਨਿਰਮਲ ਹੁੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਮਾਂ ਮੈਨੂੰ ਝਿੜਕ ਵੀ ਸਕਦੀ ਹੈ ਜੇ ਮੈਂ ਗਲਤ ਕਰਾਂਗਾ। ਇਸ ਕਰਕੇ ਜੈਸਾ ਬਾਰਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਵਾਲਾ ਜਿਹੜਾ ਜ਼ਿਕਰ ਵੀ ਕਬੀਰ ਸਾਹਿਬ ਨੇ ਕੀਤਾ ਕਿ 1 ਲੱਖ ਅਪਰਾਧ ਕਰਕੇ ਵੀ ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤਨਾ ਰੱਖ ਸਥਿਤ। ਇਹ ਹੈ ਨਿਰਮਲ ਭਾਵ। ਇਹ ਗੁਰੂ ਲਈ ਪੈਦਾ ਹੋ ਜਾਂਦਾ ਹੈ, ਕਿਉਂਕਿ ਗੁਰੂ ਮੈਨੂੰ ਵੇਖ ਰਿਹਾ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਦਾ ਨਾਲ ਹੈ। ਨਿਰਮਲ ਭਾਵ ਪਾਇਆ, ਹਰ ਗੁਣ ਗਾਇਆ, ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਗਾਉਂਦਾ ਹੈ। ਹਰ ਵੇਖੈ ਰਾਮ ਹਦੂਰੇ, ਹਰ ਪਾਸੇ ਉਹਨੂੰ ਪ੍ਰਭੂ ਦੀ ਜੋਤ ਦਾ ਪ੍ਰਗਾਸ ਦਿਸਦਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਹਾ ਭਰਪੂਰੇ। ਉਹਨੂੰ ਸਾਰੇ ਪਾਸੇ ਉਸ ਪ੍ਰਭੂ ਦਾ ਹੀ ਪਸਾਰਾ ਦਿਸਦਾ ਹੈ, ਸਾਰੇ ਪਾਸੇ ਪ੍ਰਭੂ ਦੀ ਹੀ ਉਹਨੂੰ ਚਾਨਣ ਰੂਪੀ ਬਿਰਤੀ ਦੇ ਦਰਸ਼ਨ ਹੁੰਦੇ ਨੇ ਜੀ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ। ਇਹ ਤੇ ਫਿਰ ਸ਼ਰਤੀਆ ਗੱਲ ਹੋ ਗਈ। ਗੁਰੂ ਰਾਮਦਾਸ ਜੀ ਕਹਿੰਦੇ ਕਿ ਦੂਸਰੀ ਅਵਸਥਾ ਦੇ ਵਿੱਚ ਜੇ ਸਤਿਗੁਰ ਪੁਰਖ ਮਿਲੇਗਾ ਤਾਂ ਹੀ ਉਹ ਨਿਰਮਲ ਭਾਵ ਪੈਦਾ ਹੋਏਗਾ ਤੇ ਹਉਮੈ ਦੀ ਮੈਲ ਖਤਮ ਹੋਏਗੀ। ਕਿਉਂਕਿ ਹਉਮੈ ਬਹੁਤ ਦੀਰਘ ਰੋਗ ਹੈ,
ਜਨਮਾਂ ਜਨਮਾਂਤਰਾਂ ਤੋਂ ਚਿੰਬੜਿਆ ਹੋਇਆ ਸੁਪਰ ਈਗੋ, ਇਹ ਤਾਂ ਖਤਮ ਹੋਏਗੀ ਜਿਸ ਵੇਲੇ ਸਤਿਗੁਰ ਜੀ ਦੀ ਸ਼ਰਨ ਆਵਾਂਗੇ। ਔਰ ਸਤਿਗੁਰ ਜੀ ਦੀ ਸ਼ਰਨ ਆ ਕੇ ਇਹ ਪਤਾ ਲੱਗੇਗਾ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਸਤਿਗੁਰ ਨੇ ਕਿਹਾ ਇੱਕ ਕੰਮ ਕਰੋ ਕਿ ਸਾਰੇ ਪਾਸੇ ਅਸੀਂ ਲੱਭ ਕੇ ਵੇਖ ਲਿਆ, ਸਾਰੇ ਪਾਸੇ ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਕਰੋ, ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੇ ਗੀਤ ਗਾਓ, ਮੰਗਲ ਗਾਓ, ਤੇ ਅੰਤਰ ਤੇ ਬਾਹਰ ਹਿਰਦੇ ਦੇ ਅੰਦਰ ਵੀ, ਸ੍ਰਿਸ਼ਟੀ ਦੇ ਦਿਖਦੇ ਪਸਾਰੇ ਦੇ ਵਿੱਚ ਵੀ ਪ੍ਰਭੂ ਦੀ ਜੋਤ ਦੇ ਦਰਸ਼ਨ ਕਰੋ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਬਜਾਏ। ਤੇ ਉਹਨਾਂ ਗੁਣਾਂ ਨੂੰ ਪ੍ਰਾਪਤ ਕਰਕੇ ਅੰਦਰ ਇੱਕ ਰਸ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਸੁਣੋ ਜੀ। ਹਰ ਤੀਜੜੀ ਲਾਉ ਮਨ ਚਾਉ ਪਿਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ, ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ। ਇਸ ਤੀਜੀ ਅਵਸਥਾ ਦੇ ਵਿੱਚ ਪ੍ਰਭੂ ਪ੍ਰਾਪਤੀ ਦੀ ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਚਾਉ ਕਹਿੰਦੇ ਪਿਆਰ, ਤੇ ਬੈਰਾਗ ਕਹਿੰਦੇ ਆ ਅੱਖਾਂ 'ਚੋਂ ਹੰਝੂ ਵੀ ਨੇ। ਇਹ ਅਵਸਥਾ ਕਿਸੇ ਵਿਰਲੇ ਮਨੁੱਖ ਦੇ ਕਿਸੇ ਵਿਰਲੇ ਘੜੀ ਵਿੱਚ ਆਉਂਦੀ ਹੈ। ਹਾਂ, ਇੱਕ ਜੀਵ ਇਸਤਰੀ ਜਿਹੜੀ ਬੱਚੀ ਹੈ, ਜਿਹੜੀ ਵਿਆਹੁਣ ਚਲੀ ਹੈ, ਜਿਹਦੀ ਡੋਲੀ ਤੁਰਨ ਲੱਗੀ ਹੈ, ਗੁਰੂ ਰਾਮਦਾਸ ਜੀ ਕਹਿੰਦੇ ਆ ਉਹਦੇ ਮਨ 'ਚ ਚਾਉ ਬੈਰਾਗ ਇਕੱਠਾ ਹੁੰਦਾ ਹੈ। ਅੱਖਾਂ 'ਚੋਂ ਆਪਣੇ ਪਿਤਾ ਦਾ ਘਰ ਛੱਡਣ ਦਾ, ਵਿਛੋੜੇ ਦਾ ਅਥਰੂ ਹੁੰਦਾ ਹੈ, ਤੇ ਇੱਕ ਪਾਸੇ ਆਪਣੇ ਪਤੀ ਦੇ ਮਿਲਾਪ, ਉਹਦੇ ਘਰ ਦੇ ਵਿੱਚ ਜਾਣ ਲਈ ਉਹਦੇ ਲਬਾਂ ਦੇ ਉੱਤੇ, ਉਹਦੇ ਮੁਖੜੇ ਉੱਤੇ ਬੜਾ ਮਿੱਠਾ ਜਿਹਾ ਔਰ ਬੜਾ ਮਿੱਸਾ ਸਿੰਮਾ ਜਿਹਾ ਇੱਕ ਹਾਸਾ ਹੁੰਦਾ ਹੈ। ਇਹਨੂੰ ਦੋਨਾਂ ਅਵਸਥਾ ਨੂੰ ਸਤਿਗੁਰ ਜੀ ਕਹਿੰਦੇ ਆ ਚਾਉ ਤੇ ਬੈਰਾਗ। ਇਸ ਅਵਸਥਾ ਦੇ ਵਿੱਚ ਜੋੜਦੇ ਆ। ਕਹਿੰਦੇ ਇਹ ਚਾਉ ਤੇ ਇਹ ਬੈਰਾਗ ਇੱਕ ਸਿੱਖ ਦੇ ਹਿਰਦੇ ਵਿੱਚ ਵੀ ਪੈਦਾ ਹੁੰਦਾ ਹੈ। ਚਾਉ ਹੈ ਪ੍ਰਭੂ ਨੂੰ ਮਿਲਣ ਦਾ, ਜਿਹਨੂੰ ਕਿਹਾ ਤਿਚਰ ਵਸੈ ਸਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚਲਿਆ, ਤਾਂ ਤਨ ਖਾਕੂ ਰਾਲ। ਮਨ ਚਾਉ ਭਇਆ ਦਰਸ਼ਨ ਦੇਖਣਾ ਕਾ ਚਾਉ, ਧਨ ਸੋ ਤੇਰਾ ਥਾਨ। ਹੁਣ ਅੰਦਰ ਜਦ ਦਰਸ਼ਨ ਦਾ ਚਾਉ ਪੈਦਾ ਹੁੰਦਾ ਹੈ, ਉਹ ਪਿਆਰ ਹੈ, ਪਰ ਇੱਕ ਪਾਸੇ ਬੈਰਾਗ ਵੀ ਪੈਦਾ ਹੁੰਦਾ ਹੈ। ਉਹ ਬੈਰਾਗ ਹੁੰਦਾ ਵਿਛੋੜੇ ਦਾ, ਬੈਰਾਗੀ ਹੋ ਜਾਂਦਾ ਹੈ ਮਨੁੱਖ। ਉਹ ਬੈਰਾਗ ਕਿਹੜਾ ਹੁੰਦਾ ਹੈ ਕਿ ਹੁਣ ਇਹ ਪਤਾ ਲੱਗ ਗਿਆ, ਜਨ ਪਿਸਰ ਪਦਰ ਬਿਰਾਦਰਾਂ ਕਸਨੇਸਤ ਦਸਤੰਗੀਰ। ਇਸ ਧਰਤੀ ਦੇ ਉੱਤੇ ਕੋਈ ਵੀ ਚੀਜ਼ ਸਦਾ ਅਟਲ ਰਹਿਣ ਵਾਲੀ ਨਹੀਂ ਹੈ। ਉਹਨਾਂ ਸਾਰੀਆਂ ਦਿਸਦੇ ਪਸਾਰਿਆਂ ਤੋਂ ਮਨ ਬੈਰਾਗ ਹੋ ਜਾਂਦਾ ਹੈ। ਇਹ ਚਾਉ ਤੇ ਬੈਰਾਗ ਦੀ ਅਵਸਥਾ ਤੀਜੀ ਹੈ ਜੀ। ਹਰ ਤੀਜੜੀ ਲਾਭ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਅੰਦਰ ਚਾਉ ਤੇ ਬੈਰਾਗ ਦੀ ਅਵਸਥਾ ਪੈਦਾ ਹੋਈ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆਂ ਬਲਰਾਮ ਜੀਓ। ਪਰ ਗੁਰੂ ਰਾਮਦਾਸ ਜੀ ਕਹਿੰਦੇ ਭਲਿਓ, ਇਹ ਅਵਸਥਾ ਬੂਏ ਢੋ ਕੇ, ਭੋਰਿਆਂ ਦੇ ਵਿੱਚ ਬਹਿ ਕੇ, ਭਾਵੇਂ ਜਿੰਨਾ ਮਰਜ਼ੀ ਉੱਚਾ ਕੂਕ ਲਓ, ਇਹ ਅਵਸਥਾ ਇਕੱਲੇ ਬਹਿ ਕੇ ਵੀ ਨਹੀਂ ਪੈਦਾ ਹੋਣੀ। ਇਸ ਅਵਸਥਾ ਦੇ ਲਈ ਸੰਤ ਜਨਾਂ ਦਾ ਮੇਲ ਬਹੁਤ ਜ਼ਰੂਰੀ ਹੈ ਜੀ। ਇਸ ਅਵਸਥਾ ਦੇ ਲਈ ਸਤਸੰਗੀ ਜਨਾਂ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਜਿਸ ਸੰਗ ਦੇ ਵਿੱਚ ਆ ਕੇ ਪਤਾ ਲੱਗੇਗਾ, ਹਿੱਕ ਦੂ ਹਿੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ ਨਾਉ ਜੀਓ। ਇਸ ਅਵਸਥਾ ਦੇ ਵਿੱਚ ਆ ਕੇ ਪਤਾ ਲੱਗੇਗਾ, ਸੰਤ ਜਨਾਂ ਹਰ ਮੇਲ ਹਰ ਪਾਇਆ। ਸਤਸੰਗੀ ਜਨਾਂ ਦੇ ਮੇਲ ਦੇ ਵਿੱਚ ਬੈਠ ਕੇ ਪ੍ਰਭੂ ਦੀ ਪ੍ਰਾਪਤੀ ਦਾ ਯਤਨ ਹੋਏਗਾ, ਪਰ ਇਹ ਹਰ ਕਿਸੇ ਨੂੰ ਨਹੀਂ ਹੋਏਗਾ। ਕਰੋੜਾਂ ਵਿੱਚੋਂ ਕੋਈ ਇੱਕ ਵੱਡ ਭਾਗੀਆਂ ਬਲਰਾਮ ਜੀਓ। ਕੋਈ ਵੱਡੇ ਭਾਗਾਂ ਵਾਲੀ ਜੀਵ ਇਸਤਰੀ ਹੈ ਜੀ। ਨਿਰਮਲ ਹਰ ਪਾਇਆ, ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥਿਐ ਅਕਥ ਕਹਾਣੀ। ਨਿਰਮਲ ਨਾਮ ਦਾ ਰਤਨ ਪ੍ਰਾਪਤ ਹੋਏਗਾ ਸਤਸੰਗਤ ਦੇ ਵਿੱਚ ਬੈਠ ਕੇ। ਔਰ ਸੰਗਤ ਦਾ ਇਹ ਬਹੁਤ ਵੱਡਾ ਉਪਕਾਰ ਹੁੰਦਾ ਹੈ ਜੀ ਸਾਡੇ ਸਾਰਿਆਂ ਉੱਤੇ। ਘਰ ਬੈਠ ਕੇ ਆਪਾਂ ਦੁਨੀਆ ਦੇ ਕਾਰ ਵਿਹਾਰ ਆਲ ਜੰਜਾਲ ਕਰਦੇ ਹੋਏ ਮੁਖ ਤੋਂ ਬਹੁਤ ਊਲ ਜਲੂਲ ਵੀ ਬੋਲਦੇ ਹਾਂ। ਮੁਖ ਤੋਂ ਇਸ ਤਰ੍ਹਾਂ ਦੇ ਬਚਨ ਬੋਲਦੇ ਜਿਹੜੇ ਸਾਡੇ ਪਾਰ ਉਤਾਰਾ ਦੇ ਵਾਸਤੇ ਰੁਕਾਵਟ ਬਣ ਜਾਂਦੇ ਆ।
ਪਰ ਸੰਗਤ ਵਿੱਚ ਬੈਠਣ ਦਾ ਇਹ ਭਾਵ ਹੁੰਦਾ ਹੈ ਕਿ ਸਹਿਜ ਸੁਭਾਏ ਮਨ ਜਿੰਨਾ ਮਰਜੀ ਸੰਗ ਦਿਲ ਪੱਥਰ ਦਿਲ ਹੋਏ, ਗੁਰੂ ਕਾ ਸਿੱਖ ਮੁਖ ਬੋਲੀ ਹਰ ਬਾਣੀ, ਮੁਖ ਤੋਂ ਬਾਣੀ ਬੋਲ ਹੀ ਲੈਂਦਾ। ਜਿਸ ਨੇ ਮੁਖ ਤੋਂ ਬਾਣੀ ਬੋਲ ਲਈ, ਸਤਿਗੁਰੂ ਜੀ ਕਹਿੰਦੇ ਇੱਕ ਬੋਲਣ ਦੀ ਦੇਰ ਹੈ, ਅੰਦਰ ਇਸ ਬਾਣੀ ਨੇ ਅਸਰ ਦਿਖਾਉਣਾ ਸ਼ੁਰੂ ਕਰਤਾ। ਜਿਸ ਤਰ੍ਹਾਂ ਵੈਦ ਦੇ ਸਨਮੁਖ ਬੈਠ ਕੇ ਕੋਈ ਦਵਾਈ ਨੂੰ ਵੇਖਦਾ ਰਹੇ, ਦਵਾਈ ਨੂੰ ਅੰਦਰ ਨਾ ਨਿਕਲੇ, ਉਹ ਦਵਾਈ ਦਾ ਅਸਰ ਨਹੀਂ ਹੈ। ਦੂਰੋਂ ਦੂਰੋਂ ਬਹੁਤ ਕਹੀਏ, ਦੂਰੋਂ ਦੂਰੋਂ ਬਾਹਰੋਂ ਬਥੇਰੇ ਇੱਥੇ ਲੰਘਣ ਵਾਲੇ ਨੇ ਗੁਰੂ ਦੇ ਦਰ ਤੋਂ, ਪਰ ਜਿਹੜਾ ਅੰਦਰ ਬੈਠ ਕੇ ਸਤਿਗੁਰੂ ਵੈਦ ਦੇ ਸਨਮੁਖ ਬੈਠਦਾ ਹੈ, ਮੇਰਾ ਵੈਦ ਗੁਰੂ ਗੋਬਿੰਦਾ ਦਿੰਦਾ ਕੀ ਹੈ? ਹਰ ਹਰ ਨਾਮ ਔਖਦ, ਦਿਖਾਉਂਦਾ ਨਹੀਂ ਹੈ, ਮੁਖ ਦੇਵੈ ਕਾਟੈ ਜਮ ਕੀ। ਇਸ ਕਰਕੇ ਜਿਹੜਾ ਮੁਖ ਤੋਂ ਬਾਣੀ ਬੋਲਦਾ ਹੈ, ਸਤਿਗੁਰੂ ਜੀ ਕਹਿੰਦੇ ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਜਿਹੜਾ ਬਾਣੀ ਮੁਖੋਂ ਬੋਲਣ ਲੱਗ ਗਿਆ, ਉਹਨੂੰ ਬਾਣੀ ਦੀ ਵਿਚਾਰ ਕਰਨ ਦਾ ਚਾਅ ਜ਼ਰੂਰ ਪੈਦਾ ਹੋਏਗਾ ਕਿ ਜੋ ਮੈਂ ਪੜ੍ਹ ਰਿਹਾ, ਜੋ ਮੈਂ ਗਾ ਰਿਹਾ, ਉਹਦਾ ਅਰਥ ਕੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਮੁਖ ਤੋਂ ਬੋਲਿਆ ਤੇ ਅਕਥ ਨੂੰ ਕਥਨ ਕਰਨ ਦਾ ਅੰਦਰ ਚਾਅ ਪੈਦਾ ਹੋਇਆ ਜੀ। ਹਿਰਦੈ ਹਰ 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 ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜਿਉ। ਜਨ ਨਾਨਕ ਬੋਲੇ ਤੀਜੀ ਲਾਵੈ, ਹਰ ਉਪਜੈ ਮਨ ਬੈਰਾਗ ਜਿਉ। ਸੰਗਤ 'ਚ ਨਿਤਾ ਪ੍ਰਤੀ ਰੋਜ਼ ਆਉਣ ਵਾਲਿਆਂ ਦੇ ਅੰਦਰ ਇੱਕ ਬਾਣੀ ਦੀ ਧੁਨ, ਸਹਿਜ ਅਵਸਥਾ ਪੈਦਾ ਹੋ ਜਾਂਦੀ ਹੈ। ਇੱਥੋਂ ਭਾਵੇਂ 15 ਮਿੰਟ, ਅੱਧਾ ਘੰਟਾ, 45 ਮਿੰਟ, ਘੰਟਾ ਕੋਈ ਬੈਠ ਕੇ ਜਾਏ, ਪਰ ਉਹਦੇ ਸਿੱਖ ਦੇ ਦੁਨੀਆ ਦੇ ਭਾਵ ਇਉਂ ਸਮਝੋ ਉਹਦੀ ਜ਼ਿੰਦਗੀ ਦੀ ਰਾਤ ਦੇ 8 ਪਹਿਰ ਇੱਕ ਸਹਿਜ ਧੁਨ ਦੇ ਵਿੱਚ ਤੁਰ ਪੈਂਦੇ। ਉਹਦੇ ਮਨ 'ਚ ਕਿੱਥੇ ਕੋਈ ਤੁਕ ਚੇਤੇ ਆਉਂਦੀ ਹੈ, ਕੰਮ ਕਰਦੇ ਕੋਈ ਤੁਕ ਚੇਤੇ ਆਉਂਦੀ ਹੈ, ਕੋਈ ਇੱਕ ਅੱਖਰ ਹੀ ਮਨ ਦੇ ਵਿੱਚ ਅੰਦਰ ਵਸਣ ਲੱਗ ਜਾਂਦਾ ਹੈ। ਮਹਾਰਾਜ ਕਹਿੰਦੇ ਇਹ ਅਵਸਥਾ ਬੜੀ ਵੱਡੀ ਹੈ ਭਾਈ। ਉਹ ਅੰਮ੍ਰਿਤ ਬਾਣੀ ਆ ਗਈ ਤੁਹਾਡੇ ਮਨ ਦੇ ਵਿੱਚ, ਭਾਵੇਂ ਇੱਕ ਅੱਖਰ ਆ ਜੇ। ਜੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ, ਕਹਿੰਦੇ ਫਿਰ ਤੁਸੀਂ ਸਮਝੋ ਬੜੀ ਅਵਸਥਾ ਦੇ ਭਾਗੀ ਹੋ। ਤੁਹਾਡਾ ਇਹ ਘਰ ਮਹਿਲ ਹੁਣ ਇਹਦੇ ਅੰਦਰ ਸੁੰਨੇ ਕਾਉ ਨਹੀਂ ਰਹਿਣਗੇ ਚਿੰਤਾ ਵਾਲੇ, ਇਹਦੇ ਅੰਦਰ ਪ੍ਰਭੂ ਦੇ ਆਤਮਕ ਭੰਡਾਰੇ ਵਾਲੇ ਬੋਲ ਰਹਿਣਗੇ। ਇਸ ਕਰਕੇ ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜਿਉ। ਦੋ ਅਵਸਥਾ ਨੇ, ਇੱਕ ਤੇ ਮਸਤਕ ਦੇ ਉੱਤੇ ਚਾਨਣ ਆ ਜਾਂਦਾ ਹੈ, ਬਾਰੀ ਦਿਖਦੇ ਪਸਾਰੇ 'ਚ, ਇਹਦੇ ਤੇ ਕੋਈ ਦੋ ਰਾਹ ਨਹੀਂ ਹੈ। ਚਿਹਰੇ ਦਾ ਜਲਾਉ ਪ੍ਰਗਟ ਹੁੰਦਾ ਹੈ, ਇੱਕ ਮਸਤਕ ਤੇ ਭਾਗ ਲਿਖੇ ਜਾਂਦੇ ਨੇ। ਜਨ ਨਾਨਕ ਬੋਲੇ ਤੀਜੀ ਲਾਵੈ, ਇਹ ਤੀਜੀ ਅਵਸਥਾ ਹੈ। ਹਰ ਉਪਜੈ ਮਨ ਬੈਰਾਗ ਜਿਉ, ਤੇ ਬੈਰਾਗ ਕਿਹੜਾ ਹੈ? ਮਨ ਬੈਰਾਗ ਜਿਹੜਾ ਪਿਆ ਹੈ ਦਰਸ਼ਨ ਦੇਖਣ ਦਾ ਚਾਉ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਹੈ ਇਹ ਮਨ ਦੇ ਅੰਦਰ ਬੈਰਾਗ ਪੈਦਾ ਹੋਇਆ ਹੈ ਜੀ। ਹਰ ਚੌਥੜੀ ਲਾਉ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜਿਉ। ਗੁਰਮੁਖ ਮਿਲਿਆ ਸੁਭਾਈ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਇਹ ਚੌਥੜੀ ਅਵਸਥਾ ਹੈ, ਇਹਨੂੰ ਪਰਮ ਅਵਸਥਾ ਕਹਿੰਦੇ ਹੈ। ਡਾਕਟਰ ਰਾਵਲ ਸਿੰਘ, my friend from Guru Nanak Dev University, my colleague also, he has done a tremendous work on the architectural, the archaeological or the structure of Darbar Sahib, Harmandir Sahib. ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਦਰਬਾਰ ਸਾਹਿਬ ਦੇ ਉੱਤੇ, 10 ਸਾਲ ਲਗਾ ਕੇ PhD ਦਾ ਕੰਮ ਕੀਤਾ ਉਹਨਾਂ ਨੇ। ਉਸ ਕਿਤਾਬ ਦੇ ਵਿੱਚ ਮੈਨੂੰ ਕਿੱਥੋਂ ਸ਼ਾਇਦ ਉਹਨਾਂ ਦੇ ਮੁਖ ਤੋਂ ਮੈਂ ਸੁਣਿਆ ਸੀ ਕਿ ਅਸੀਂ ਸਿਰਫ ਦਰਬਾਰ ਸਾਹਿਬ ਦੇ 4 ਦਰਵਾਜ਼ੇ 4 ਮਜ਼ਹਬ ਵਾਸਤੇ ਵੀ, ਕਿ ਕੋਈ ਵੀ ਆਏ ਉੱਚਾ ਨੀਵਾਂ ਜਾਂ ਕੋਈ ਵੀ ਹੋਏ ਉਹਦੇ ਨਾਲ ਜੋੜਦੇ ਹੈ। ਪਰ ਕਦੀ ਅਸੀਂ ਇਹ ਸੋਚਿਆ ਕਿ ਗੁਰੂ ਰਾਮਦਾਸ ਜੀ ਦੇ ਇਸ ਦਰਬਾਰ ਦੇ ਜਿਹੜੇ 4 ਦਰਵਾਜ਼ੇ ਨੇ ਉਹ 4 ਅਵਸਥਾਵਾਂ ਦੇ ਵੀ ਲਖਾਇਕ ਨੇ, ਕਿ ਪਹਿਲੇ ਤੋਂ ਵੜ ਕੇ ਦੂਜੇ ਤੋਂ ਨਿਕਲਣਾ, ਫਿਰ ਤੀਸਰੇ ਤੋਂ ਵੜ ਕੇ ਚੌਥੇ ਤੋਂ ਨਿਕਲਣਾ। ਇਹ ਅਵਸਥਾ ਹੈ। ਇੱਕ ਦਰਵਾਜ਼ੇ ਤੋਂ ਵੜ ਕੇ ਕੋਈ ਵੀ ਚਾਰੋਂ ਜਾਂ ਰਹਿੰਦੇ 3 ਦਰਵਾਜ਼ਿਆਂ ਤੋਂ ਨਹੀਂ ਨਿਕਲ ਸਕਦਾ। ਇੱਕ ਤੋਂ ਵੜ ਕੇ ਦਰਬਾਰ ਸਾਹਿਬ ਕੋਈ ਚੌਥੇ ਦਰਵਾਜ਼ੇ ਤੋਂ ਨਹੀਂ ਨਿਕਲ ਸਕਦਾ। ਪਹਿਲੇ ਤੋਂ ਵੜ ਕੇ ਦੂਜੇ ਤੇ ਜਾਏਗਾ, ਫਿਰ ਤੀਜੇ ਤੋਂ ਵੜ ਕੇ ਫਿਰ ਚੌਥੇ ਤੋਂ ਬਾਹਰ ਨਿਕਲੇਗਾ, ਜਿਹੜੀ ਦਰਸ਼ਨ ਦਿਓੜੀ ਪਿਛਲੇ ਪਾਸੇ। ਬੜਾ ਇਹ ਵੀ
ਸੋਚਣ ਵਾਲਾ ਜੀ। ਸੰਕਲਪ ਰਿਸਰਚ ਦੀ ਆਪਣੀ ਉਡਾਰੀ ਹੁੰਦੀ ਹੈ। 4 ਅਵਸਥਾਵਾਂ ਇਹ ਸਿੱਖ ਦੇ ਜੀਵਨ ਦੀਆਂ ਨੇ, ਕਿਉਂਕਿ ਇੱਥੋਂ ਤੱਕ ਕਿ ਜਿੰਨੇ ਬੁੰਗੇ ਨੇ ਨਾ ਦਰਬਾਰ ਸਾਹਿਬ ਦੇ ਉੱਤੇ, ਜਿਹੜੇ ਆਪਾਂ ਗੁੰਬਦ ਦੇਖਦੇ ਆ ਛੋਟੇ ਛੋਟੇ, ਉਹਨਾਂ ਦੀ ਗਿਣਤੀ ਵੀ ਜਪਜੀ ਸਾਹਿਬ ਦੀ ਪੌੜੀਆਂ ਨਾਲ ਮਿਲਦੀ ਹੈ। ਜਿੰਨੇ ਗੁੰਬਦ ਨੇ ਔਰ ਜਿੰਨੇ ਉੱਥੇ ਲੰਬੇ ਲੰਬੇ ਪਿਲਰ ਬਣੇ ਹੋਏ ਛੋਟੇ ਜਿਹੇ ਜਿਨ੍ਹਾਂ ਵਿੱਚ ਬਲਬ ਲੱਗੇ ਹੋਏ ਆ, ਉਹਦੀ ਗਿਣਤੀ ਸੁਖਮਨੀ ਸਾਹਿਬ ਦੀ ਅਸ਼ਪਦੀਆਂ ਦੇ ਨਾਲ ਮਿਲਦੀ ਹੈ। ਬੜੀ ਬਰੀਕੀ ਵਾਲੀ ਖੇਡ ਹੈ ਜੀ। ਕਿਸ ਐਸਪੈਕਟ ਤੋਂ, ਕਿਸ ਡਾਇਮੈਂਸ਼ਨ ਤੋਂ ਕੋਈ ਦੇਖਦਾ ਹੈ, ਉਹਨੂੰ ਕਿੰਨਾ ਕੁਛ ਹਾਂ ਹੈ, ਸਾਰਾ ਪਲੈਨਡ ਹੈ, ਸਾਰਾ ਉਸ ਅਵਸਥਾ ਦਾ ਹੀ ਲਖਾਇਕ। ਕੋਈ ਵੀ ਚੀਜ਼ ਇੱਥੋਂ ਤੱਕ ਕਿ ਦਰਬਾਰ ਸਾਹਿਬ ਜਿਹੜੀ ਆ ਦਰਸ਼ਨੀ ਡਿਓਡੀ ਹੈ ਪੂਰੀ, ਜਿੱਥੋਂ ਆਪਾਂ ਤੁਰ ਕੇ ਜਾਂਦੇ ਹਾਂ ਸੈਂਟਮ ਸੈਂਟੋਰੀਅਮ ਦੇ ਦਰਸ਼ਨ ਕਰਨ ਅੰਦਰ, ਉਹਦੇ ਥੱਲੇ ਜਿੰਨੇ ਉਹ ਗੁੰਬਦ ਰੂਪੀ ਪਿਲਰਸ ਬਣੇ ਨੇ ਨਾ, ਉਹ ਵੀ ਟੋਟਲ 38 ਨੇ। ਤੇ ਤੁਸੀਂ ਹਿਸਾਬ ਲਾ ਲਿਓ 38 ਗਏ ਹੈ। ਖੈਰ, ਹੁਣ ਕਈ ਰੂਪ ਦੇ ਵਿੱਚ ਕਈ ਹੋਰ ਵੀ ਗਿਣਤੀਆਂ ਉਹਨਾਂ ਨੇ ਪਾਈਆਂ ਨੇ। ਖੈਰ, ਮੈਂ ਸਿਰਫ ਇਹ 4 ਅਵਸਥਾਵਾਂ ਮਨ ਦੇ, ਜੇ ਕੋਈ ਪੁੱਛੇ 4 ਕਿਉਂ, ਤੇ ਗੁਰੂ ਰਾਮਦਾਸ ਜੀ ਜਾਣਦੇ ਕਿ ਇਹ 4 ਹੀ ਨੇ। ਇਸ ਅਵਸਥਾ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਰ ਚੌਥੜੀ ਲਾਭ ਮਨ ਸਹਿਜ ਭਇਆ। ਇਸ ਅਵਸਥਾ ਦੇ ਵਿੱਚ ਜਾ ਕੇ ਜਦ ਮਨ ਪ੍ਰਵਿਰਤੀ ਕਰਮ ਦ੍ਰਿੜ ਕਰੇਗਾ, ਬਾਣੀ ਨੂੰ ਪੜ੍ਹੇਗਾ, ਅੰਦਰ ਸਹਿਜ ਆਨੰਦ ਦਾ ਸੋਮਾ ਪ੍ਰਗਟ ਹੋਏਗਾ, ਉਸ ਅਵਸਥਾ ਤੋਂ ਬਾਅਦ ਗੁਰੂ ਕਾ ਸਿੱਖ ਸਤਿਗੁਰੂ ਜੀ ਦਾ ਮਿਲਾਪ ਕਰੇਗਾ, ਹਉਮੈ ਨੂੰ ਮਾਰੇਗਾ। ਤੀਸਰੀ ਅਵਸਥਾ ਦੇ ਵਿੱਚ ਉਹ ਸਤ ਸੰਗਤ, ਸਤਸੰਗੀ ਜਨਾਂ ਦੇ ਵਿੱਚ ਬੈਠ ਕੇ ਆਪਣੇ ਮੁਖ ਤੋਂ ਬਾਣੀ ਨੂੰ ਉਚਾਰੇਗਾ। ਤੇ ਗੁਰੂ ਰਾਮਦਾਸ ਜੀ ਕਹਿੰਦੇ ਚੌਥੀ ਅਵਸਥਾ ਦੇ ਵਿੱਚ ਉਹਦੇ ਮਨ ਦੇ ਵਿੱਚ ਸਹਿਜ ਪ੍ਰਗਟ ਹੋਏਗਾ। ਹਰ ਪਾਇਆ ਬਲਰਾਮ ਜੀਓ, ਉਹਨੂੰ ਪ੍ਰਭੂ ਪ੍ਰਾਪਤੀ ਦਾ ਸੋਮਾ ਮਿਲੇਗਾ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ। ਬਲਰਾਮ ਜੀਓ, ਵੱਡੇ ਭਾਗ ਤੇ ਬੜੇ ਪਿਆਰ ਰੂਪੀ ਉਹਨੂੰ ਗੁਰੂ ਦੇ ਸਨਮੁਖ ਬੈਠਾ ਪ੍ਰਭੂ ਦੀ ਪ੍ਰਾਪਤੀ ਹੋਏਗੀ। ਮਨ ਤੇ ਤਨ ਦੇ ਵਿੱਚ ਗੁਰੂ ਦਾ ਇੱਕ ਇੱਕ ਬਚਨ ਮਿੱਠਾ ਲੱਗੇਗਾ ਜੀ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅਨ ਦਿਨ ਹਰ ਲਿਵ ਲਾਈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀਵਾ ਗਾਈ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ। ਹੁਣ ਮਿੱਠਾ ਹੀ ਮਿੱਠਾ ਹੈ, ਆਨੰਦ ਹੀ ਆਨੰਦ ਹੈ। ਮਿੱਠੇ ਦਾ ਭਾਵ ਅੰਦਰ ਦੀ ਅਵਸਥਾ ਬਹੁਤ ਆਨੰਦਮਈ, ਸੁਖਮਈ, ਪਰਮ ਸੁਖ ਮਿਲਿਆ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ। ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ ਜੀਵ ਇਸਤਰੀ ਉਹ ਕਰਦੀ ਹੈ। ਅਨ ਦਿਨ ਹਰ ਲਿਵ ਲਾਈ, ਰਾਤ ਦਿਨ ਪ੍ਰਭੂ ਦੇ ਚਰਨਾਂ ਦੇ ਵਿੱਚ ਟਿਕੀ ਰਹਿੰਦੀ ਹੈ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ। ਹਰ ਤਰ੍ਹਾਂ ਦੀ ਆਸਾ ਤੇ ਮਨਸਾ ਪੂਰਨ ਹੁੰਦੀ ਹੈ। ਤੇ ਨਾਮ ਵਜੀ ਵਧਾਈ ਦਾ ਮਤਲਬ ਪੂਰੀ ਜਗ ਦੇ ਵਿੱਚ ਉਸ ਗੁਰਮੁਖ ਰੂਹ ਦੀ ਸ਼ੋਭਾ ਹੁੰਦੀ ਹੈ ਜੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਤਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਇਹ ਸੱਚੇ ਪ੍ਰਭੂ ਦਾ ਸੱਚਾ ਕਾਰਜ ਹੈ, ਠਾਕੁਰ ਦਾ ਕਾਰਜ ਹੈ, ਜਿਹੜਾ ਇੱਕ ਆਮ ਇਨਸਾਨ, ਕੋਈ ਮਨੁੱਖ ਇਸ ਧਰਤੀ ਤੇ ਨਹੀਂ ਕਰਵਾ ਸਕਦਾ। ਇਹ ਠਾਕੁਰ ਆਪ, ਪ੍ਰਭੂ ਆਪ ਹੀ ਕਿਰਪਾ ਕਰੇ ਤੇ ਤਾਂ ਹੁੰਦਾ ਹੈ। ਗੁਰੂ ਰਾਮਦਾਸ ਜੀ ਨੇ ਕੋਈ ਭੇਤ ਨਹੀਂ ਰਹਿਣ ਦਿੱਤਾ। ਹਰ ਪ੍ਰਭ ਠਾਕੁਰ ਕਾਜ ਰਚਾਇਆ। ਇਹ ਵੱਡਾ ਕਾਜ ਹੈ, ਠਾਕੁਰ ਹੀ ਰਚਾਉਂਦਾ ਹੈ। ਧਨ ਹਿਰਦੈ ਨਾਮ ਵਿਗਾਸੀ। ਧਨ ਕਹਿੰਦੇ ਹੈ ਜੀਵ ਇਸਤਰੀ ਦੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਗਾਸ ਹੋ ਜਾਂਦਾ ਹੈ, ਕਮਲ ਫੁੱਲ ਖਿੜ ਪੈਂਦਾ ਹੈ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸ਼ੀ। ਪਰ ਦੂਸਰੀ ਅਵਸਥਾ ਦੇ ਵਿੱਚ ਗੁਰੂ ਦੀ ਪ੍ਰਾਪਤੀ ਤੋਂ ਬਾਅਦ, ਸਤਿਗੁਰ ਦੀ ਪ੍ਰਾਪਤੀ ਤੋਂ ਬਾਅਦ ਹੀ ਇਹ ਅਵਸਥਾ ਮਿਲਦੀ ਹੈ, ਜਦ ਪ੍ਰਭੂ ਅਵਿਨਾਸ਼ੀ ਪ੍ਰਾਪਤ ਹੁੰਦਾ ਹੈ, ਹਿਰਦੇ ਵਿੱਚ ਵਸਦਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹਿਲਾ ਚੌਥਾ। ਘਰ ਦੂਜਾ ਗੁਰਮੁਖ ਹਰ ਗੁਣ ਗਾਏ, ਹਿਰਦੈ ਰਸਨ ਰਸਾਏ। ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਦੂਜਾ। ਦੇਖੋ ਇਹ ਬਾਦ ਦੇ ਵਿੱਚ ਹੈ ਤੇ ਸਿਰਲੇਖ ਮੰਗਲਾ ਚਰਨ ਤੋਂ ਹੈ। ਪੁਰਾਤਨ ਗੁਰੂ ਗ੍ਰੰਥ ਸਾਹਿਬ ਜਿਹੜੇ ਜਿੰਨੇ ਵੀ ਹੱਥ ਲਿਖਤ ਨੇ, ਜਿਨ੍ਹਾਂ ਦੇ ਵੀ ਤੁਸੀਂ ਹੱਥ ਲਿਖਤ ਦੇ ਦਰਸ਼ਨ ਕਰੋਗੇ, ਮੰਗਲਾ ਚਰਨ ਤੁਹਾਨੂੰ ਉੱਤੇ ਹੀ ਮਿਲੇਗਾ। ਇੱਥੋਂ ਤੱਕ ਆਪਾਂ ਪੜ੍ਹਦੇ ਹਾਂ ਨਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਜਿਹੜਾ ਪੜ੍ਹਦੇ ਹਾਂ, ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਵੇਂ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮਕਲੀ ਮਹੱਲਾ ਤੀਜਾ, ਆਨੰਦ। ਆਨੰਦ ਭਿਆ ਮੇਰੀ ਮਾਏ। ਇਉਂ ਪਰ ਜਿਉਂ ਇਹ ਡਿਜੀਟਲ ਪ੍ਰਿੰਟਿੰਗ ਆਈ ਸੋ ਇਹ ਥੋੜ੍ਹਾ ਜਿਹਾ ਇਹਦੇ ਵਿੱਚ ਫਰਕ ਪੈ ਗਿਆ। ਮੰਗਲਾਚਰਨ ਥੱਲੇ ਆ ਗਏ, ਕਿਉਂਕਿ ਹੱਥ ਲਿਖਤ ਦਮਦਮੀ ਬੀੜ ਤੋਂ ਹੀ ਇਹ ਸਾਰੀਆਂ ਬੀੜਾਂ ਬਣੀਆਂ ਨੇ ਤਕਰੀਬਨ। ਦਮਦਮੀ ਬੀੜ ਦੇ ਵਿੱਚ ਜਿਹੜਾ ਮੰਗਲਾਚਰਨ ਹੈ ਉਹ ਉੱਤੇ ਹੈ, ਪਰ ਉਹ ਸੱਜੇ ਪਾਸੇ ਲਿਖਿਆ ਹੋਇਆ, ਸੱਜੇ ਪਾਸੇ ਲਿਖਿਆ ਹੋਇਆ। ਜਿਸ ਤਰ੍ਹਾਂ ਇਹ ਵਿਚਕਾਰ ਹੈ ਨਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਿਰਫ ਤੁਹਾਡੇ ਗਿਆਤ ਲਈ ਉਹ ਸੱਜੇ ਪਾਸੇ ਲਿਖਿਆ ਹੋਇਆ, ਤੇ ਥੱਲੋਂ ਰਾਗ ਸੂਹੀ ਛੰਤ ਚੌਥਾ, ਛੰਤ ਮਹੱਲਾ ਚੌਥਾ, ਘਰ ਦੂਜਾ। ਹੁਣ ਜਦ ਇਹ ਡਿਜੀਟਲ ਪ੍ਰਿੰਟਿੰਗ ਹੋਈ, ਜਿਹੜਾ ਇਹ ਸੱਜੇ ਪਾਸੇ ਲਿਖਿਆ ਹੋਇਆ ਸੀ ਨਾ, ਇਹ ਬਿਲਕੁਲ ਬਰਾਬਰ ਆ ਗਿਆ ਰਾਗ ਸੂਹੀ ਦੇ ਤੇ ਇੱਕ ਓੰਕਾਰ ਦੇ। ਜਦ ਉਹਨੂੰ ਫਾਈਨਲ ਪ੍ਰਿੰਟ ਕੱਢਣ ਲੱਗੇ ਤੇ ਫਿਰ ਉਹ ਕਈ ਵਾਰੀ ਰਾਗ ਦਾ ਪੂਰਾ ਸਿਰਲੇਖ ਧੁਨਾਂ ਦੇ ਨਾਲ ਤੇ ਮੰਗਲਾਚਰਨ ਇਕੱਠਾ ਨਹੀਂ ਆਉਂਦਾ ਸੀ, ਉਹਨੂੰ ਐਂਟਰ ਮਾਰ ਕੇ ਥੱਲੇ ਕਰ ਦਿੱਤਾ ਗਿਆ। ਸੋ ਇਹ ਭੇਤ ਪੈ ਗਿਆ ਇੱਕ ਓੰਕਾਰ ਦਾ ਪਿੱਛੇ ਆਉਣਾ। ਪਰ ਇਹ ਕੋਈ ਐਸੀ ਗੱਲ ਨਹੀਂ ਇਹਨੂੰ ਪਹਿਲਾਂ ਪੜ੍ਹੀਏ ਬਾਅਦ 'ਚ ਪੜ੍ਹੀਏ, ਪਰ ਜਿਹੜਾ ਪੁਰਾਤਨ ਮਿਲਦਾ ਹੈ ਉਹ ਇਸ ਰੂਪ ਦੇ ਵਿੱਚ ਮਿਲਦਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਛੰਤ ਮਹੱਲਾ ਚੌਥਾ, ਘਰ ਦੂਜਾ। ਧੰਨ ਗੁਰੂ ਰਾਮਦਾਸ ਜੀ ਇਸੀ ਪ੍ਰਥਾਏ ਜਿਹੜੀ ਲੜੀ ਚੱਲ ਰਹੀ ਹੈ, ਗੁਰਮੁਖ ਹਰ ਗੁਣ ਗਾਏ। ਗੁਰਮੁਖਾਂ ਨੇ ਪ੍ਰਭੂ ਦੇ ਗੁਣ ਗਾਏ ਨੇ, ਹਿਰਦੈ ਰਸਨ ਰਸਾਏ। ਆਪਣੇ ਹਿਰਦੇ ਦੇ ਵਿੱਚ ਤੇ ਆਪਣੀ ਰਸਨਾ ਦੇ ਵਿੱਚ ਪ੍ਰਭੂ ਦੇ ਨਾਮ ਰਸ ਦੇ ਮਾਣਕ ਮੋਤੀ ਵਸਾਏ ਨੇ ਜੀ। ਹਰ ਰਸਨ ਰਸਾਏ ਮੇਰੇ ਪ੍ਰਭ ਪਾਏ, ਮਿਲਿਆ ਸਹਿਜ ਸੁਪਾਏ। ਅਨ ਦਿਨ ਭੋਗ ਭੋਗੇ ਸੁਖ ਸੇਵੈ, ਸ਼ਬਦ ਰਹਿ ਲਿਵ ਲਾਏ। ਉਹਨਾਂ ਦੀ ਰਸਨਾ ਰਸੀ ਗਈ। ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਜਿਹਦੀ ਰਸਨਾ ਦੇ ਵਿੱਚ ਨਾਮ ਆ ਗਿਆ, ਹਰ ਰਸਨ ਰਸਾਏ ਮੇਰੇ ਪ੍ਰਭ ਭਾਏ, ਮਿਲਿਆ ਸਹਿਜ ਸੁਭਾਏ। ਪ੍ਰਭੂ ਉਹਨਾਂ ਨੂੰ ਮਿਲ ਜਾਂਦਾ ਹੈ ਸਹਿਜ ਰੂਪ ਦੇ ਵਿੱਚ। ਅਨ ਦਿਨ ਭੋਗ ਭੋਗੇ ਸੁਖ ਸੋਵੈ, ਉਹ ਸੋਣਾ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਇਸ ਰੂਪ ਦੇ ਵਿੱਚ ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨ ਦਿਨ ਉਸਤਤ ਹੋਵੈ। ਉਹ ਸਹਿਜ ਅਵਸਥਾ ਹੈ, ਉਹਦਾ ਸੋਣਾ ਤੇ ਜਾਗਣਾ ਆਮ ਮਨਮੁੱਖਾਂ ਦੀ ਨੀਂਦ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉਹਦਾ ਸੋਣਾ ਵੀ ਸੌਂਦੇ ਵਾਵਾ ਉਚਰੈ, ਉੜਦੇ ਵੀ ਵਾਹ ਕਰੇਨ। ਇਸ ਅਵਸਥਾ ਦੇ ਵਿੱਚ ਰਾਤ ਦਿਨ ਭੋਗ ਭੋਗੇ ਦਾ ਮਤਲਬ ਬਾਣੀ ਦਾ ਆਨੰਦ ਲੈਂਦਾ। ਸੁਖ ਸੋਵੈ ਸ਼ਬਦ ਰਹਿ ਲਿਵ ਲਾਏ, ਸ਼ਬਦ ਵਿੱਚ ਮਨ ਜੁੜਦਾ ਹੈ ਜੀ। ਵੱਡੇ ਭਾਗ ਗੁਰ ਪੂਰਾ ਪਾਈਐ, ਅਨ ਦਿਨ ਨਾਮ ਧਿਆਏ। ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਉਹ ਹੈ ਜਿਨ੍ਹਾਂ ਸਾਸ ਗਰਾਸ ਨਾ ਵੀਸਰੈ, ਸੇ ਪੂਰੇ ਪੁਰਖ ਪ੍ਰਧਾਨ। ਉਹ ਵਡਭਾਗੀ ਪ੍ਰਧਾਨ, ਪੰਚ ਪ੍ਰਵਾਨ ਪੰਚ ਪ੍ਰਧਾਨ, ਉਹ ਵੱਡੇ ਭਾਗਾਂ ਵਾਲੇ ਹੋ ਗਏ ਜਿਨ੍ਹਾਂ ਨੇ ਰਾਤ ਦਿਨ ਅਨ ਦਿਨ ਧਿਆਇਆ। ਵੱਡਾ ਭਾਗ ਗੁਰਪੂਰਾ ਪਾਈਐ, ਅਨ ਦਿਨ ਨਾਮ ਧਿਆਏ। ਆਪ ਸੰਗਤਾਂ ਦੇ ਚਰਨਾਂ 'ਚ ਇਸਤਿਕਬਾਲ ਹੈ, ਜਿਹੜੇ ਗੁਰਮੁਖ ਪਿਆਰੇ ਰਾਤ ਦਿਨ ਜੁੜਦੇ ਨੇ ਜੀ। ਕਿਉਂਕਿ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਉਹ ਕਿੱਥੇ ਇੱਕ ਅਵਸਥਾ ਦੇ ਵਿੱਚ ਪਹੁੰਚਦੇ ਨੇ ਜਿਸ ਅਵਸਥਾ ਦੇ ਵਿੱਚ ਉਹਨਾਂ ਦਾ ਮਨ ਸੁੰਨ ਹੋ ਜਾਂਦਾ ਹੈ। ਸੁੰਨ ਦਾ ਮਤਲਬ ਹੈ ਜਿੱਥੇ ਕੋਈ ਵਿਕਾਰ, ਕੋਈ ਐਬ, ਕੋਈ ਫੁਰਨਾ, ਕੋਈ ਦੁਐਤ, ਕੋਈ ਈਰਖਾ ਚੁਗਲੀ ਕੁਛ ਨਹੀਂ ਰਹਿੰਦਾ। ਸਿਰਫ ਔਰ ਸਿਰਫ ਪ੍ਰਭੂ ਦਾ ਨਾਮ ਤੇ ਪ੍ਰਭੂ ਦੇ ਚਰਨਾਂ ਦੀ ਪ੍ਰੀਤ ਰਹਿੰਦੀ ਹੈ। ਉਹ ਸੁੰਨ ਰੂਪ ਦੇ ਵਿੱਚ ਇੱਕ ਸਾਰ ਜਿਹਦੇ ਹਿਰਦੇ ਦੇ ਵਿੱਚ ਨਾਮ ਵਸਦਾ ਹੈ, ਉਹ ਟਿਕ ਜਾਂਦੇ ਨੇ ਜੀ। ਸੰਗਤ ਸੰਤ ਮਿਲਾਏ, ਹਰ ਸਰ ਨਿਰਮਲ ਨਾਏ। ਗੁਰੂ ਰਾਮਦਾਸ ਜੀ ਕਹਿੰਦੇ ਆ, ਭਾਈ ਇਹ ਜਿਹੜੀ ਸੁੰਨ ਦੀ ਅਵਸਥਾ ਹੈ ਨਾ, ਇਹ ਸਾਰਿਆਂ ਨਾਲ ਵਰਤਦੀ ਹੈ। ਜਿਹੜਾ ਸ਼ੁਰੂ ਵੀ ਕਰਦਾ ਹੈ ਨਾ ਬਾਣੀ ਨੂੰ ਪੜ੍ਹਨਾ, ਥੋੜਾ ਥੋੜਾ ਹੀ ਕਰਦਾ, ਜਿਹੜਾ ਨਿਤਾ ਪ੍ਰਤੀ ਕਰਦਾ। ਪਰ ਇਹ ਹੈ ਕਿ ਇਹ ਸੁੰਨ ਦੀ ਅਵਸਥਾ ਦਾ ਛੇਤੀ ਇਲਮ ਨਹੀਂ ਹੁੰਦਾ, ਬਹੁਤ ਸਮਾਂ ਲੱਗਦਾ ਹੈ ਜਦ ਇਹ ਅਹਿਸਾਸ ਹੁੰਦਾ ਹੈ ਕਿ ਮਨ ਸੁਣ। ਹਾਂ, ਇਹਦਾ ਇੱਕ ਛੋਟਾ ਜਿਹਾ ਐਗਜ਼ੈਂਪਲ ਇਹ ਹੈ ਕਿ ਰਾਤੀ ਸੌਣ ਲੱਗਿਆਂ ਜਦ ਸੁਪਨੇ ਆਉਣੇ ਘਟ ਜਾਣ
ਔਰ ਕਈ ਰਾਤਾਂ ਇਸ ਤਰ੍ਹਾਂ ਦੀ ਲੰਘਣ ਕਿ ਇੱਕ ਵੀ ਸੁਪਨਾ ਨਾ ਪ੍ਰਤੀਤ ਹੋਏ। ਉਹ ਅਵਸਥਾ ਸੁੰਨ ਦੀ ਹੁੰਦੀ ਹੈ। ਔਰ ਇਹ ਗੁਰਮੁਖਾਂ ਦੀ ਠੀਕ ਹੈ, ਕਈ ਵਾਰੀ ਬਹੁਤ ਸੁਪਨੇ ਵੀ ਆਉਂਦੇ ਆ ਜੀਵਨ ਦੇ ਵਿੱਚ, ਬਹੁਤ ਜ਼ਿਆਦਾ। ਇਸ ਬਾਬਤ ਵੀ ਵਿਚਾਰ ਕੀਤੀ ਜਾ ਸਕਦੀ ਹੈ, ਮਹਾਰਾਜ ਬਾਣੀ 'ਚ ਕੀ ਕਹਿੰਦੇ ਨੇ, ਇਹਦਾ ਕੀ ਭੰਡਾਰਾ ਹੈ ਕੀ। ਪਰ ਸੁੰਨ ਅਵਸਥਾ ਦੇ ਵਿੱਚ ਸੁਪਨਿਆਂ ਦਾ ਕੱਟਣਾ ਵੀ ਹੈ, ਫੁਰਨਿਆਂ ਦਾ ਕੱਟਣਾ ਵੀ ਹੈ। ਔਰ ਇਹ ਇਸ ਰੂਪ ਦੇ ਵਿੱਚ ਬਹੁਤ ਘਟ ਜਾਂਦੇ ਆ। ਭਾਈ ਵੀਰ ਸਿੰਘ ਇਹਦੇ ਬਾਰੇ ਬੜਾ ਖੋਲ੍ਹ ਕੇ ਲਿਖਦੇ ਆ, ਕਹਿੰਦੇ ਫਿਰ ਉਹ ਗੁਰਮੁਖ ਪਿਆਰੇ ਜੇ 3 ਘੰਟੇ ਵੀ ਸੋ ਲੈਣ, ਉਹ ਕੁਆਂਟੀਟੇਟਿਵ ਸਲੀਪ ਲੈਂਦੇ ਆ, ਉਹ ਕੁਆਲੀਟੇਟਿਵ ਸਲੀਪ ਲੈਂਦੇ, ਕੁਆਂਟੀਟੇਟਿਵ ਨਹੀਂ ਲੈਂਦੇ। ਕੁਆਂਟਿਟੀ ਨਹੀਂ, ਉਹਨਾਂ ਨੂੰ ਇਹ ਨਹੀਂ ਕਿ 8 ਘੰਟੇ ਹੀ ਸੋਣਾ। ਸਾਇੰਸ ਦੇ ਦਿੱਤੇ ਹੋਏ ਜਿੰਨੇ ਵੀ ਦਾਅਵੇ ਨੇ ਉਹ ਗੁਰਮੁਖ ਸਰ ਕਰ ਜਾਂਦਾ, ਉਹਦੇ ਲਈ ਨਹੀਂ ਪਰਵਾਹ ਰੱਖਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ। ਅਗਲੀ ਪਦੇ ਦੇ ਵਿੱਚ ਕਹਿੰਦੇ ਆ ਕਿ ਉਹ ਪਿਆਰੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਸ ਸੰਗਤ ਦੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਤੇ ਉਹ ਨਿਰਮਲ ਮਨ ਨੂੰ ਕਰ ਲੈਂਦੇ ਨੇ ਜੀ। ਨਿਰਮਲ ਜਲ ਨਾਏ ਮੈਲ ਗਵਾਏ, ਭਏ ਪਵਿੱਤ ਸਰੀਰਾ। ਦੁਰਮਤ ਮੈਲ ਗਈ ਭ੍ਰਮ ਭਾਗਾ, ਹਉਮੈ ਬਿਨਠੀ ਪੀਰਾ। ਇਸ ਕਰਕੇ ਮਨ ਤੇ ਕਿਸੇ ਦਾ ਵੇਖਿਆ ਨਹੀਂ ਜਾ ਸਕਦਾ। ਗੁਰੂ ਰਾਮਦਾਸ ਜੀ ਕਹਿੰਦੇ ਹੈ, ਉਹਦੇ ਸਰੀਰ ਦੀ ਆਦਤਾਂ ਤੋਂ ਹੀ ਪ੍ਰਤੀਤ ਹੁੰਦਾ ਕਿ ਕੌਣ ਗੁਰਮੁਖ ਹੈ ਤੇ ਕੌਣ ਮਨਮੁਖ ਹੈ। ਸਰੀਰ ਦੇ ਜਿੰਨੇ ਵੀ ਲੱਛਣ ਨੇ ਦਿਖਣ ਵਾਲੇ ਬਾਹਰ ਦੇ, ਉਹ ਦੱਸ ਦਿੰਦੀ ਹੈ ਕਿ ਇਹਦਾ ਬੋਲਣਾ ਚਾਲਣਾ ਉੱਠਣਾ ਬੈਠਣਾ। ਇਸ ਕਰਕੇ ਜਿਹੜੇ ਸੰਗਤ 'ਚ ਆਉਂਦੇ ਨੇ, ਨਿਰਮਲ ਜਲ ਨਹਾਏ, ਇਹ ਜਲ ਦਿਸਦਾ ਨਹੀਂ ਹੈ, ਇਹ ਬਾਣੀ ਦਾ ਪਾਣੀ ਹੈ, ਮਨ ਨੂੰ ਨਿਰਮਲ ਕਰ ਦਿੰਦਾ ਹੈ। ਮੈਲ ਗਵਾਏ ਭਏ ਪਵਿੱਤ ਸਰੀਰਾ, ਉਹ ਸਰੀਰ ਵੀ ਗੁਰਮੁਖਤਾਈ ਦੀ ਅਵਸਥਾ ਦੇ ਲਖਾਇਕ ਹੋ ਜਾਂਦੇ ਹੈ। ਦੁਰਮਤ ਮੈਲ ਗਈ ਭ੍ਰਮ ਭਾਗਾ, ਹਉਮੈ ਬਿਨਠੀ ਪੀਰਾ। ਬਿਨਠੀ ਕਹਿੰਦੇ ਬਿਨਸ ਗਈ, ਬਿਨਸੀ ਕਹਿੰਦੇ ਉਹਨਾਂ ਦੇ ਅੰਦਰ ਦੀ ਹਉਮੈ ਦੀ ਪੀੜ ਖਤਮ ਹੋ ਜਾਂਦੀ ਹੈ, ਜਿਹੜੇ ਸਤ ਸੰਗਤ ਸਰੋਵਰ 'ਚ ਨਹਾਉਂਦੇ ਨੇ ਦੀ। ਨਦਰ ਪ੍ਰਭੂ ਸਤ ਸੰਗਤ ਪਾਈ, ਨਿਜ ਘਰ ਹੋਆ ਵਾਸਾ। ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ। ਬੜੀ ਵੱਡੀ ਨਦਰ ਹੋਈ, ਸਤ ਸੰਗਤ ਮਿਲ ਗਈ ਹੈ। ਹੁਣ ਸੰਗਤ ਦੇ ਵਿੱਚ ਕਿੱਥੇ ਨਾ ਕਿੱਥੇ ਰੰਚਕ ਮਾਤਰ ਇੱਕ ਘੜੀ, ਆਦੀ ਘੜੀ ਜਾਂ ਅੱਧੀ ਤੋਂ ਵੀ ਅੱਧੀ ਕਿੱਥੇ ਨਿਜ ਘਰ ਦੇ ਵਿੱਚ ਵਾਸ ਜ਼ਰੂਰ ਹੋਏਗਾ। ਮਨ ਦਾ ਟਿਕ ਜਾਏਗਾ, ਮਨ 'ਚ ਵਿਰਾਗ ਵੀ ਪੈਦਾ ਹੋਏਗਾ, ਵਿਸਮਾਦ ਵੀ ਪੈਦਾ ਹੋਏਗਾ। ਔਸਟਰਕ ਔਸਮ, ਕਿਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀ ਹੈਰਾਨੀ ਜਨਕ ਬੜੀ ਤਰ੍ਹਾਂ ਦੇ ਅੰਦਰ ਅਹਿਸਾਸ ਪ੍ਰਗਟ ਹੋਣਗੇ ਗੁਰੂ ਕੀਆਂ ਬਾਤਾਂ ਪਾ ਕੇ। ਨਿਜ ਘਰ ਹੋਆ ਵਾਸਾ, ਇਹਨੂੰ ਨਿਜ ਘਰ ਵਾਸਾ ਕਿਹਾ, ਆਪਣੇ ਘਰ ਦੀ ਪ੍ਰਤੀਤ ਹੋਏਗੀ। ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ। ਗੁਰੂ ਦੇ ਮੰਗਲ ਗਾਵਣ ਦੇ ਨਾਲ, ਖੁਸ਼ੀ ਦੇ ਗੀਤ ਗਾਵਣ ਨਾਲ ਅੰਦਰ ਰਸ ਪੈਦਾ ਹੁੰਦੇ ਆ ਤੇ ਨਾਮ ਦਾ ਪ੍ਰਗਾਸ ਹੁੰਦਾ ਹੈ ਜੀ। ਅੰਤਰ ਰਤਨ ਵਿਚਾਰੇ, ਗੁਰਮੁਖ ਨਾਮ ਪਿਆਰੇ। ਅੰਤਰ ਰਤਨ ਵਸਦੇ ਨੇ ਜੀ, ਵਿਚਾਰ ਦੇ, ਪ੍ਰਭੂ ਦੇ ਸ਼ਬਦ ਦੇ ਵਿਚਾਰ ਦੇ। ਗੁਰੂ ਦੇ ਸਨਮੁਖ ਨਾਮ ਪਿਆਰੇ ਲੱਗਦਾ, ਨਾਮ ਪਿਆਰਾ ਲੱਗਦਾ ਹੈ ਜੀ। ਹਰ ਨਾਮ ਪਿਆਰੇ ਸ਼ਬਦ ਨਿਸਤਾਰੇ, ਅਗਿਆਨ ਅੰਧੇਰ ਗਵਾਇਆ। ਗਿਆਨ ਪ੍ਰਚੰਡ ਬਲਿਆ ਘਟ ਚਾਨਣ, ਘਰ ਮੰਦਰ ਸੋਹਾਇਆ। ਨਾਮ ਪਿਆਰਾ ਲੱਗਦਾ ਹੈ, ਸ਼ਬਦ ਨਿਸਤਾਰਾ ਕਰ ਦਿੰਦਾ ਵਿਕਾਰਾਂ ਤੋਂ। ਅਗਿਆਨਤਾ ਦਾ ਹਨੇਰਾ ਬਿਲਕੁਲ ਮੁੱਕ ਜਾਂਦਾ ਹੈ, ਡਰ ਖਤਮ। ਹਨੇਰੇ ਨੂੰ ਡਰ ਕਿਆ? ਹਨੇਰਾ ਡਰ ਦਾ ਲਖਾਇਕ ਹੈ। ਜਿੱਥੇ ਹਨੇਰਾ ਹੁੰਦਾ ਪੈਰ ਪਾਉਣ ਨੂੰ ਵੀ ਡਰ ਲੱਗਦਾ। ਸਤਿਗੁਰੂ ਜੀ ਕਹਿੰਦੇ ਜਦ ਇਸ ਸਰੀਰ ਦੇ ਅੰਦਰੋਂ ਹਨੇਰਾ ਖਤਮ ਹੋਇਆ ਨਾ, ਫਿਰ ਬੰਦਾ ਇਹ ਨਹੀਂ ਕਹਿੰਦਾ ਮੈਂ ਇਕੱਲਾ, ਮੈਨੂੰ ਇਕਾਂਤ ਪ੍ਰਤੀਤ ਹੁੰਦਾ ਜਾਂ ਮੈਂ ਆਪਣੇ ਆਪ ਨੂੰ ਭਾਉ ਪ੍ਰਤੀਤ ਕਰਦਾ ਇਕੱਲੇ ਬੈਠੇ। ਨਹੀਂ, ਫਿਰ ਉਹ ਇਕੱਲਾ ਨਹੀਂ ਹੁੰਦਾ, ਉਹ ਕਹਿੰਦਾ ਮੈਂ ਆਪਣੇ ਨਾਲ ਹਾਂ, ਹੁਣ ਮੈਨੂੰ ਮੇਰੇ ਦੀ ਪ੍ਰਤੀਤ ਕਰਾ ਦਿੱਤੀ ਸ਼ਬਦ ਨੇ। ਫਿਰ ਕੀ ਕਰਦਾ? ਗਿਆਨ ਪ੍ਰਚੰਡ ਬੁਲਾਇਆ ਘਟ ਚਾਨਣ, ਘਰ ਮੰਦਰ ਸੁਹਾਇਆ। ਫਿਰ ਉਹ ਆਪਣੇ ਆਪ ਨੂੰ ਤੱਕਦਾ, ਆਪਣੇ ਫੁਰਨਿਆਂ ਨੂੰ ਤੱਕਦਾ, ਆਪਣੇ ਖਿਆਲਾਂ ਨੂੰ, ਆਪਣੀ ਮੈਲ ਨੂੰ ਤੱਕਦਾ ਤੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਅੰਦਰ ਗਿਆਨ ਦਾ ਪ੍ਰਚੰਡ ਦੀਪ ਬਾਲਦਾ ਹੈ ਜੀ। ਤਨ ਮਨ ਅਰਪ ਸ਼ਿੰਗਾਰ ਬਣਾਏ, ਹਰ ਪ੍ਰਭ ਸਾਚੇ ਪਾਇਆ। ਜੋ ਪ੍ਰਭ ਕਹੈ ਸੋਈ ਪਰ ਕੀਜੈ, ਨਾਨਕ ਅੰਕ ਸਮਾਇਆ। ਤਨ ਮਨ ਅਰਪ ਦਿੱਤਾ, ਐਸਾ ਸ਼ਿੰਗਾਰ ਬਣਾ ਲਿਆ,
ਹਰ ਪ੍ਰਭ ਸਾਚੇ ਪਾਇਆ, ਪ੍ਰਭੂ ਨੂੰ ਚੰਗਾ ਲੱਗੇਗਾ ਇਹ ਸ਼ਿੰਗਾਰ, ਸਭ ਕੁਝ ਅਰਪ ਦੇਣਾ। ਜੋ ਪ੍ਰਭ ਕਹੈ ਸੋਈ ਪਰ, ਆਪਾਂ ਕਹਿੰਦੇ ਆ ਨਾ ਕਿ ਬਿਲਕੁਲ ਤਤਪਰ ਕਰੋ, ਹੁਣੇ ਦਾ ਹੁਣੇ ਕਰੋ। ਜੋ ਗੁਰੂ ਨੇ ਕਹਿਤਾ ਪਰ ਕੀਜੈ, ਕਿ ਉਹ ਕਰਨਾ ਹੀ ਕਰਨਾ ਹੈ। ਜਿਹੜਾ ਕਰੇਗਾ ਨਾਨਕ ਅੰਕ ਸਮਾਇਆ, ਗੁਰੂ ਉਹਨੂੰ ਆਪਣੇ ਗਲਵਕੜੀ ਲਾਏਗਾ ਜੀ। ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹਣ ਆਇਆ। ਇਹ ਪ੍ਰਭੂ ਨੇ ਵੱਡਾ ਕਾਜ ਰਚਾਇਆ ਜੀ। ਗੁਰੂ ਦੇ ਸਨਮੁਖ ਜੀਵ ਇਸਤਰੀਆਂ ਦਾ ਇਹ ਪ੍ਰਭੂ ਦੇ ਮਿਲਾਪ ਦੇ ਨਾਲ ਮਿਲਾਪ ਵਾਲਾ ਕਾਰਜ ਸਿੱਧ ਹੋ ਰਿਹਾ ਹੈ ਜੀ। ਵਿਆਹਣ ਆਇਆ, ਗੁਰਮੁਖ ਹਰ ਪਾਇਆ, ਸਾ ਤਨ ਕੰਤ ਪਿਆਰੀ। ਸੰਤ ਜਨਾ ਮਿਲ ਮੰਗਲ ਗਾਏ, ਹਰ ਜੀਓ ਆਪ ਸਵਾਰੀ। ਵਿਆਹਣ ਆਇਆ, ਗੁਰਮੁਖ ਹਰ ਪਾਇਆ, ਸਾ ਧਨ ਕੰਤ ਪਿਆਰੀ। ਪ੍ਰਭੂ ਹਿਰਦੇ ਦੇ ਵਿੱਚ ਆ ਗਿਆ, ਮੇਰੀ ਸੇਜ ਜੜੀ ਹੈ ਆਡੰਬਰ ਬਣਿਆ, ਮਨ ਆਨੰਦ ਪਿਆ, ਪ੍ਰਭ ਆਗਮ ਸੁਣਿਆ। ਪ੍ਰਭੂ ਦਾ ਆਗਮਨ ਹੋਇਆ ਹਿਰਦੇ ਦੇ ਵਿੱਚ। ਸਾ ਧਨ ਕੰਤ ਪਿਆਰੀ, ਉਹ ਜੀਵ ਇਸਤਰੀ ਪ੍ਰਭੂ ਨੂੰ ਚੰਗੀ ਲੱਗੀ। ਸੰਤ ਜਨਾ ਮਿਲ ਮੰਗਲ ਗਾਏ ਨੂੰ ਕਿਹਾ, ਗਾਓ ਗਾਉਰੀ ਦੁਲਹਨੀ। ਦੁਲਹਨੀ ਕਿਹਾ, ਦੁਲਹਨੀ, ਦੁਲਹਨੀ ਦਾ ਮਤਲਬ ਗੁਰਮੁਖ ਜੀਵ ਇਸਤਰੀਆਂ। ਦੁਲਹਨੀ ਕਵਾਰੀ ਨੂੰ ਨਹੀਂ ਕਿਹਾ ਜਾਂਦਾ, ਦੁਲਹਨੀ ਉਹਨੂੰ ਕਿਹਾ ਜਾਂਦਾ ਜਿਹੜਾ ਵਿਆਹ ਹੋ ਗਿਆ। ਇਹਦਾ ਮਤਲਬ ਕਿ ਜਿਹੜੀ ਗੁਰਮੁਖ ਜੀਵ ਇਸਤਰੀਆਂ ਮਿਲ ਚੁੱਕੀਆਂ ਨੇ, ਭਾਈ ਤੁਸੀਂ ਸਾਡੇ ਲਈ ਮਿਲ ਕੇ ਅਰਦਾਸ ਕਰੋ। ਹੁਣ ਤੁਸੀਂ ਮੰਗਲ ਗਾਓ ਕਿ ਮੇਰਾ ਵੀ ਮਿਲਾਪ ਹੋ ਜਾਏ ਜਿਵੇਂ ਤੁਹਾਡਾ ਹੋ ਗਿਆ। ਗਾਓ ਗਾਉਰੀ ਦੁਲਹਨੀ ਮੰਗਲ ਚਾਰਾ। ਇਸ ਕਰਕੇ ਸੰਤ ਜਨਾ ਮੇਰ ਮੰਗਲ ਗਾਏ, ਹਰ ਜੀਓ ਆਪ ਸਵਾਰੀ। ਇਸ ਮੰਗਲ, ਇਸ ਸ਼ਬਦ ਦੇ ਵਿੱਚ ਆਪਣਾ ਆਪ ਸਵਾਰਦੀ ਹੈ ਜੀ। ਸੁਰ ਨਰ ਗਣ ਗੰਧਰਵ ਮਿਲ ਆਏ, ਅਪੂਰਬ ਜੰਜ ਬਣਾਈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ। ਜਦ ਤੁਸੀਂ ਸੰਤ ਜਨਾਂ ਦੀ ਸੰਗਤ ਵਿੱਚ ਬੈਠਦੇ ਹੋ ਤੇ ਗੁਰੂ ਰਾਮਦਾਸ ਜੀ ਕਹਿੰਦੇ ਸੁਰ ਨਰ ਗਣ ਗੰਧਰਵ। ਸੁਰ ਕਹਿੰਦੇ ਆ ਜੀ ਦੇਵਤੇ, ਨਰ ਕਹਿੰਦੇ ਆ ਜੀ ਦੇਵਤਿਆਂ ਵਰਗੇ ਮਨੁੱਖ, ਗਣ ਗੰਧਰਵ, ਗਣ ਕਹਿੰਦੇ ਹੈ ਜੀ ਦੇਵਤਿਆਂ ਦੇ ਪਹਿਰੇਦਾਰ, ਗੰਧਰਵ ਕਹਿੰਦੇ ਹੈ ਉਹਨਾਂ ਦੇਵਤਿਆਂ ਦਾ ਕੀਰਤਨ ਗਾਉਣ ਵਾਲੇ, ਜਸ ਗਾਉਣ ਵਾਲੇ। ਤੇ ਕਬੀਰ ਸਾਹਿਬ ਵੀ ਇਹੀ ਕਹਿੰਦੇ ਆ ਜੀ, ਸੁਰ ਨਰ ਮੁਨ ਜਨ, ਕਹਿੰਦੇ ਇਹ ਸਾਰੇ ਹੀ ਆਏ। ਕਹਿੰਦੇ ਇਹਨਾਂ ਸਾਰਿਆਂ ਨੇ ਕੀਤਾ ਕੀ? ਕਹਿੰਦੇ ਸੁਰ ਨਰ ਗਣ ਗੰਧਰਵ ਮਿਲ ਆਏ, ਆ ਪੂਰਬ ਜੰਜ ਬਣਾਈ। ਆ ਪੂਰਬ ਦਾ ਮਤਲਬ, ਪੂਰਬ ਦਾ ਮਤਲਬ ਹੁੰਦਾ ਪਹਿਲੀ ਜਿਹੜੀ ਦੇਖੀ ਹੋਏ। ਆ ਪੂਰਬ ਦਾ ਮਤਲਬ ਹੁੰਦਾ ਜਿਹਦੇ ਬਾਰੇ ਦੇਖਿਆ ਤੇ ਸੁਣਿਆ ਕੁਝ ਨਾ ਹੋਏ। ਕਹਿੰਦੇ ਐਸੇ ਦੇਵਤੇ ਵੀ ਇਸ ਧਰਤੀ ਸੰਗਤ ਦੇ ਵਿੱਚ ਆ ਕੇ ਬੈਠਦੇ ਨੇ ਜਿੱਥੇ ਪ੍ਰਭੂ ਦਾ ਮਿਲਾਪ ਦਾ ਯਤਨ ਹੋ ਰਿਹਾ ਹੁੰਦਾ ਹੈ। ਨਾਨਕ ਪ੍ਰਭ ਪਾਇਆ ਮੈਂ ਸਾਚਾ, ਨਾ ਕਦੇ ਮਰੈ ਨਾ ਜਾਈ। ਮੈਂ ਪ੍ਰਭੂ ਸੱਚੇ ਦੀ ਪ੍ਰਾਪਤੀ ਕੀਤੀ ਹੈ। ਉਹ ਜਿਹੜਾ ਮੇਰਾ ਪਤੀ ਹੈ, ਨਾ ਉਹ ਮਰੇਗਾ ਨਾ ਉਹ ਕਿੱਥੇ ਜਾਏਗਾ। ਮੈਂ ਉਹਦੇ ਪਿਆਰ ਦੇ ਵਿੱਚ ਸਦਾ ਹੀ ਨਵਤਨ ਬਾਲ ਰਹਾਂਗੀ। ਮੈਂ ਸਦਾ ਹੀ ਉਸ ਪ੍ਰਭੂ ਦੀ ਪਤਨੀ, ਉਸ ਪ੍ਰਭੂ ਦੀ ਧਨ ਬਣ ਕੇ ਰਹਾਂਗੀ ਜੀ। ਧੰਨਵਾਦ ਹੈ ਸਾਰਿਆਂ ਦੇ ਮਾਣ ਪਿਆਰ ਦਾ। ਵਿਚਾਰ ਕਰਦਿਆਂ ਸਮਾਂ ਜ਼ਿਆਦਾ ਖਿਮਾ ਬਖਸ਼ਣਾ। ਆਪ ਸੰਗਤ ਅਸੀਸ ਬਖਸ਼ੋ। ਇਸੀ ਤਰ੍ਹਾਂ ਜੁੜਦੇ ਰਹੋ, ਸਤਿਗੁਰ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਰਹੀਏ। ਭਾਵੇਂ ਜਿੰਨੀ ਮਰਜ਼ੀ ਤਿਆਰੀ ਕਰਕੇ ਆਈਏ ਜੀ, ਪਰ ਸੰਗਤ ਜੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਆਪ ਸੰਗਤ ਦੇ ਅਸੀਸ ਸਦਕਾ ਹੀ ਇਹ ਕਾਰਜ ਸਿੱਧ ਹੋਣਗੇ। ਹੋਰ ਕੋਈ ਤਾਕਤ, ਕੋਈ ਸਮਰੱਥਾ ਨਹੀਂ ਹੈ ਇਸ ਬਾਣੀ ਦੀ ਵਿਚਾਰ ਹੋ ਸਕੇ। ਕੋਟਾਨ ਕੋਟ ਧੰਨਵਾਦ ਹੈ ਆਪ ਸਾਰਿਆਂ ਦਾ ਜੀ। ਧੰਨਵਾਦ ਹੈ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ। ਧੰਨਵਾਦ ਹੈ ਜੀ ਪ੍ਰਬੰਧਕ ਕਮੇਟੀ ਸਾਰਿਆਂ ਦਾ, ਜਿਹੜੇ ਬਹੁਤ ਉਤਸ਼ਾਹ ਦੇ ਨਾਲ ਆਪ ਸੰਗਤਾਂ ਦੇ ਲਈ ਇਹ ਕਾਰਜ ਕਰਨ ਵਾਸਤੇ ਦਿਨ ਰਾਤ ਕਰੜੀ ਮਿਹਨਤ ਕਰ ਰਹੇ ਨੇ ਜੀ। ਮਸ਼ੱਕਤ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ। ਬਹੁਤ ਸਾਰੇ ਪ੍ਰਬੰਧ, ਬਹੁਤ ਸਾਰੇ, ਕਿਉਂਕਿ ਇਸ ਸਮਾਗਮ ਦੇ ਵਾਸਤੇ ਕਈਆਂ ਨੂੰ ਨਾ ਕਹਿਣੀ ਪੈਂਦੀ ਹੈ, ਕਿਉਂਕਿ ਆਪ ਜੀ ਨੂੰ ਪਤਾ ਹੈ ਸਟੇਜ ਐਸੀ ਹੈ ਕਿ ਇਸ ਸਟੇਜ 'ਤੇ ਲਗਾਤਾਰ ਕੋਈ ਨਾ ਕੋਈ ਸਮਾਗਮ ਚੱਲਦੇ ਹੀ ਰਹਿੰਦੇ ਹੈ। ਕੋਈ ਐਸਾ ਤੀਜਾ ਚੌਥਾ ਦਿਨ ਹਫਤੇ 'ਚ ਨਹੀਂ ਹੁੰਦਾ ਕੋਈ ਬਾਹਰ ਦਾ ਰਾਗੀ ਜੱਥਾ ਜਾਂ ਕਥਾਵਾਚਕ ਨਾ ਆਏ। ਪਰ ਆਪ ਸੰਗਤ ਦੇ ਪਿਆਰ ਦੇ ਹਿੱਤ ਦੇ ਵਿੱਚ ਦੇਖਦੇ ਹਾਂ ਕਿ ਸਿਰਫ ਇਹ ਸਮਾਗਮ ਲਗਾਤਾਰ ਚੱਲਦੇ ਰਹਿਣ ਤੇ ਬਹੁਤ ਸੋਹਣੇ, ਬਹੁਤ ਵੱਡੇ ਕਾਰਜ ਕਰ ਰਹੇ। ਸਤਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਸਮਰੱਥਾ ਬਖਸ਼ਣ। ਸਾਰਿਆਂ ਲਈ ਅਰਦਾਸ, ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।